देखो कुछ सिर फिरे लोग ਇਹਨੂੰ ਕਹਿੰਦੇ ਆ ਵੀ ਇਹ ਤੇ ਅੱਤਵਾਦੀਆਂ ਦਾ ਇਕੱਠ ਆ ਉਹ ਹੱਦ ਹੋ ਗਈ। ਪਰ जो मीडिया ने पेश करना पूरा पिंड ही नशेड़ी। एक करारी चपेड़ वजी मूँह ते जिहड़ा तुसीं नौजवानों नूं चिट्टा पीण वाले कहंदे सी। नौत तू खरीदी जा सकदी आ कि तेन मैं संबोधन करके कहना वा सिंह नाथ दे रेडियो राहीं कि तुहाडियां नस्लां खरीदियां जा सकदियां। ये वो मावां वा जिन्हां मावां दियां रगां विच कलगीधर पातशाह दा खून। देश प्रदेश विच देख रहे टीवी चैनल सिंह नाथ नूं पुष्पिंदर सिंह जम्मू वालों वाहिगुरू जी का खालसा वाहिगुरू जी की फतेह। किसानी दे भले वास्ते आवाज़ बुलंद करने वास्ते जो सिंह नाथ टीवी ते ਅਸੀਂ ਨਵੀਂ ਤੋਂ ਨਵੀਂ ਸ਼ਖਸੀਅਤ ਨਾਲ ਅਸੀਂ ਤੁਹਾਨੂੰ ਜੋੜਦੇ ਹਾਂ ਔਰ ਨਵੇਂ ਤੋਂ ਨਵੇਂ ਵਿਸ਼ੇ ਨਾਲ। ਸੋ ਅੱਜ ਤੁਹਾਨੂੰ ਭਾਈ ਸਰਬਜੀਤ ਸਿੰਘ ਧੁੰਦਾ ਜੋ ਗੁਰਮਤਿ ਗਿਆਨ ਮਿਸ਼ਨ ਕਾਲਜ ਦੇ ਪ੍ਰੋਫੈਸਰ ਹਨ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ, ਮੁਲਾਕਾਤ ਕਰਾਵਾਂਗੇ। ਜੋ ਸਰਕਾਰ ਨੇ 3 ਕਾਨੂੰਨ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਨੇ। ਸੋ ਭਾਈ ਸਰਬਜੀਤ ਧੁੰਦਾ ਜੀ ਤੁਹਾਡਾ ਸਿੰਘ ਨਾਥ ਟੀਵੀ ਤੇ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਸਰਕਾਰ ਨੇ 3 ਕਾਨੂੰਨ ਪਾਸ ਕੀਤੇ ਨੇ, ਜੋ ਆਰਡੀਨੈਂਸ ਪਾਸ ਕੀਤੇ ਨੇ, ਵੈਸੇ ਤਾਂ ਇੱਕ ਸਰਕਾਰ ਧਿਰ ਹੈ ਤੇ ਦੂਜੀ ਧਿਰ ਹੈ ਜਿਹੜੇ ਵੱਡੇ ਵੱਡੇ ਅੰਬਾਨੀ ਤੇ ਅੰਡਾਨੀ। ਸੋ ਜਿਹੜਾ ਇਹਨਾਂ ਨੇ ਆਰਡੀਨੈਂਸ ਪਾਸ ਕੀਤਾ ਹੈ ਇਹਦੇ 'ਚ ਕਿਸਾਨਾਂ ਨੂੰ ਕਿਹੜੇ ਨੁਕਸਾਨ ਨੇ? ਪਹਿਲੀ ਗੱਲ ਤੇ ਹੈ ਕਿ ਜਿਹੜਾ ਆਪਾਂ ਇਹ ਗੱਲ ਕਹਿ ਰਹੇ ਵੀ ਇਹ ਜਿਹੜੇ 3 ਕੇਂਦਰ ਨੇ ਬਿੱਲ ਪਾਸ ਕੀਤੇ ਆ ਇਹ ਇਕੱਲੇ ਕਿਸਾਨ ਵਿਰੋਧੀ ਨਹੀਂ ਹੈਗੇ, ਇਹ ਮਜ਼ਦੂਰ ਵਿਰੋਧੀ ਵੀ ਆ ਜੀ। ਕਿਉਂਕਿ ਇਹ ਮਜ਼ਦੂਰ ਤੇ ਕਿਸਾਨ ਦੋਵਾਂ ਦੇ ਵਿਰੋਧ ਵਿੱਚ ਜਾਂਦੇ ਨੇ। ਇਹ ਤਿੰਨੇ ਜਿਹੜੇ ਕੇਂਦਰ ਵੱਲੋਂ ਪਾਸ ਕੀਤੇ ਹੋਏ ਬਿੱਲ ਨੇ, ਕਿਉਂਕਿ ਇਹਦੇ ਵਿੱਚ ਜਿਹੜਾ ਸਰਕਾਰੀ ਮੰਡੀਕਰਨ ਆ ਉਹਨੂੰ ਖਤਮ ਕੀਤਾ ਜਾ ਰਿਹਾ ਤੇ ਇਹਦਾ ਅਸਰ ਆਉਣ ਵਾਲੇ ਸਮੇਂ 'ਚ ਇਕੱਲੇ ਕਿਸਾਨੀ ਤੇ ਨਹੀਂ, ਕਿਸਾਨੀ ਨਾਲ ਜੁੜੇ ਹੋਏ ਹਰ ਤਬਕੇ ਤੇ ਪੈਣਾ। ਜੀ। ਕਿਉਂਕਿ ਕਿਸਾਨੀ ਨਾਲ ਹੀ ਮਜ਼ਦੂਰ ਤਬਕਾ ਜੁੜਿਆ ਹੋਇਆ। ਕਿਸਾਨ ਖੇਤਾਂ 'ਚ ਕੰਮ ਕਰਾਉਂਦਾ ਜਾਂ ਕਰਦਾ, ਮਜ਼ਦੂਰ ਨੂੰ ਕੰਮ ਕਰਨ ਦਾ ਮੌਕਾ ਮਿਲਦਾ। ਕਿਸਾਨ ਜਦੋਂ ਖੇਤਾਂ ਵਿੱਚ ਫਸਲ ਬੀਜਦਾ ਉਹਦੇ ਨਾਲ ਆੜਤੀਆ ਸਿਸਟਮ ਵੀ ਜੁੜਿਆ ਹੋਇਆ। ਜੀ। ਉਹਦੇ ਨਾਲ ਜਿੰਨੇ ਵੀ ਵਪਾਰੀ ਲੋਕ ਨੇ, ਜਿੰਨੇ ਵੀ ਬਿਜ਼ਨਸਮੈਨ ਲੋਕ ਨੇ ਉਹ ਜੁੜੇ ਹੋਏ ਨੇ। ਤੇ ਇਹਨੂੰ ਆਪਾਂ ਜੇ ਇਹ ਕਹੀਏ ਨਾ ਵੀ ਇਹ ਜਿਹੜੇ ਤਿੰਨੇ ਕੇਂਦਰ ਵੱਲੋਂ ਬਿੱਲ ਪਾਸ ਕੀਤੇ ਆ ਇਹ ਕਿਸਾਨ, ਮਜ਼ਦੂਰ ਤੇ ਉਹਦੇ ਨਾਲ ਜਿਹੜੇ ਵਪਾਰੀ ਲੋਕ ਆ ਉਹਨਾਂ ਦੇ ਵੀ ਵਿਰੋਧ ਵਿੱਚ ਜਾ ਰਿਹਾ। ਕਿਉਂਕਿ ਜੇ ਕਿਸਾਨ ਕੋਲ ਫਸਲ ਨਹੀਂ ਹੋਏਗੀ ਤੇ ਆੜਤੀ ਦੇ ਘਰ ਰੋਟੀ ਕਿੱਦਾਂ ਪੱਕੇਗੀ? ਤੇ ਸਭ ਤੋਂ ਮੇਨ ਗੱਲ ਇਹ ਆ ਕਿ ਇਹ ਜਿਹੜੀ ਮੂਵਮੈਂਟ ਉੱਠੀ ਆ, ਜਿਹੜੀ ਇਹ ਲਹਿਰ ਉੱਠੀ ਆ, ਇਹਨੇ ਇੱਕ ਵਾਰੀ ਪੂਰੇ ਦੇਸ਼ ਹੀ ਨਹੀਂ ਆਪਾਂ ਕਹਿ ਸਕਦੇ, ਪੂਰੀ ਦੁਨੀਆ ਤੱਕ ਆਵਾਜ਼ ਜਿਹੜੀ ਇਹ ਪਹੁੰਚੀ ਆ। ਪੰਜਾਬ ਸੂਬੇ ਵਿੱਚ ਕਿਸਾਨਾਂ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਆ, ਬਿਨਾਂ ਵਿਤਕਰੇ ਤੋਂ, ਬਿਨਾਂ ਜਾਤ ਪਾਤ ਤੋਂ ਬੜੇ ਜੋਸ਼ ਨਾਲ ਲੋਕ ਇਸ ਬਿੱਲ ਦੇ ਵਿਰੋਧ ਵਿੱਚ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਆ ਤੇ ਇਕੱਠੇ ਬੈਠ ਕੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਵੀਰਾਂ ਵਿੱਚ ਜਿਹੜਾ ਵਾ ਇਹ ਸਮਾਂ ਬਣ ਪਾ ਰਿਹਾ ਵਾ, ਮੌਕਾ ਬਣ ਪਾ ਰਿਹਾ ਵਾ। ਤੇ ਜਿਹੜੀ ਆਪਾਂ ਵਿਰੋਧ ਦੀ ਗੱਲ ਕਰਦੇ ਆ ਵੀ ਇਹਦਾ ਨੁਕਸਾਨ ਕੀ? ਨੁਕਸਾਨ ਇਹ ਆ ਕਿ ਸਰਕਾਰੀ ਮੰਡੀਕਰਨ ਖਤਮ ਕਰ ਦੇਣਾ। ਪਹਿਲਾਂ ਇੰਜ ਲੱਗਣਾ ਕਿ ਜਿਵੇਂ ਵੇਖੋ ਇਹ 'ਚ ਫਾਇਦਾ ਵਾ ਕਿਸਾਨ ਨੂੰ, ਕਿਉਂਕਿ ਜਦੋਂ ਮੰਨ ਲਓ ਵੀ ਇੱਕ ਸਰਕਾਰੀ ਖਰੀਦ ਹੈਗੀ ਆ 1800 ਰੁਪਈਆ ਤੇ ਲਾਗੇ ਇੱਕ ਵਪਾਰੀ ਬੰਦਾ ਵਾ ਜਿਹੜਾ ਪ੍ਰਾਈਵੇਟ, ਉਹ ਕਹਿੰਦਾ ਮੈਂ 2500 ਦਊਂ ਕੁਇੰਟਲ ਦਾ। ਜੀ। ਆਪਾਂ ਇੱਕ ਐਗਜ਼ਾਮਪਲ ਲੈਂਦੇ ਆ। ਜੀ। ਪਹਿਲ ਲੱਗਣਾ ਵੀ ਵੇਖੋ 1800 ਤੇ ਕਿੱਥੇ 2500, 700 ਰੁਪਈਆ ਪਰ ਕੁਇੰਟਲ ਪਿੱਛੇ ਫਾਇਦਾ। ਜੀ। ਪਰ ਉਹ ਹੌਲੀ ਹੌਲੀ ਲਾਲਚ ਵਸ 2500 ਵਾਲੇ ਬੰਨੇ ਜਾਣਾ ਵਾ। ਜੀ। ਇਧਰੋਂ ਸਰਕਾਰੀ ਮੰਡੀ ਖਤਮ ਹੋ ਗਈ। ਜੀ। ਇਹ ਕਿਹਾ ਜਾ ਰਿਹਾ ਵੀ ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵੇਚ ਲਵੇ। ਜੀ। ਜਦੋਂ ਉਹਨੇ ਆਪਣੀ ਮਰਜ਼ੀ ਨਾਲ ਵੇਚਣਾ ਤੇ ਕੁਦਰਤੀ ਗੱਲ ਲਾਲਚ ਕਰਨਾ। ਜਿਹੜੀਆਂ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਲਾਲਚ ਦੇਣਾ, ਜ਼ਮੀਨਾਂ ਠੇਕੇ ਲੈਣ ਲਈ ਵੀ ਲਾਲਚ ਦੇਣਾ। ਪਰ ਪਹਿਲਾਂ ਲਾਲਚ ਦੇਣਾ ਜਦੋਂ ਉਹਦੇ ਨਾਲ ਬਰਾਬਰ ਤੇ ਪ੍ਰਾਈਵੇਟ ਜਦੋਂ ਮੰਡੀਆਂ ਕਾਬਜ਼ ਹੋ ਗਈਆਂ, ਪ੍ਰਾਈਵੇਟ ਘਰਾਣਿਆਂ ਨੇ ਫਸਲਾਂ ਖਰੀਦ ਲੀਆਂ, ਸਰਕਾਰੀ ਮੰਡੀ ਖਤਮ ਹੋ ਗਈ। ਬਾਅਦ 'ਚ ਉਹਨੂੰ ਪਤਾ ਲੱਗ ਵੀ ਇਹਨਾਂ ਕੋਲ ਆਪਸ਼ਨ ਕੋਈ ਨਹੀਂ। ਫਿਰ ਅਗਲੇ ਜਿਹੜਾ 2500 ਦਿੰਦੇ ਸੀ ਨਾ ਉਹਨਾਂ ਕੋਲ ਹੁਣ 1500 ਦੇਵਾਂਗੇ। ਵੇਚਣੀ ਵੇਚੋ, ਨਹੀਂ ਵੇਚਣੀ ਤੁਹਾਡੀ ਮਰਜ਼ੀ। ਉਹਦੇ ਨਾਲ ਕੀ ਆ
ਕਿਸਾਨ ਕੋਲ ਇੰਨੀ ਸਟੋਰੇਜ ਨਹੀਂ ਹੈਗੀ ਵੀ ਉਹ ਆਪਣੇ ਕੋਲ ਇੰਨੀ ਫਸਲ ਸਟੋਰ ਕਰ ਸਕੇ। ਜੀ ਜੀ ਉਹਨੂੰ ਮਜਬੂਰੀ ਵਸ ਫਸਲ ਸੁੱਟਣੀ ਪੈਣੀ ਹੈ। ਬਿਲਕੁਲ ਅਕਸਰ ਕਿਤੇ ਨਾ ਕਿਤੇ ਜਿਹੜੇ ਪੜ੍ਹੇ ਲਿਖੇ ਆ, ਜਿਹੜੇ ਇਹਨਾਂ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਆ, ਘੋਖ ਪੜਤਾਲ ਕਰ ਰਹੇ ਆ, ਜੀ ਜਿਹੜੇ ਅਗਵਾਈ ਕਰ ਰਹੇ ਨਾ ਮੋਰਚਿਆਂ ਦੀ, ਵੇਖੋ ਸਾਰੇ ਸ਼ਾਮਲ ਆ ਸੀ ਇਹਦੇ ਵਿੱਚ। ਪ੍ਰਚਾਰਕ ਵਰਗ ਵੀ ਸ਼ਾਮਲ ਹੋਇਆ, ਜੀ ਜੀ ਪ੍ਰਚਾਰਕ ਵੀ ਸ਼ਾਮਲ ਹੋਏ ਆ, ਸਾਰੇ ਆਪਣੇ ਨਿੱਜੀ ਮਤਭੇਦ ਭੁਲਾ ਕੇ ਇਸ ਅੰਦੋਲਨ ਦਾ ਹਿੱਸਾ ਬਣੇ ਆ। ਤੇ ਹਰ ਇੱਕ ਕੋਸ਼ਿਸ਼ ਇਹੋ ਕਰ ਰਿਹਾ ਵੀ ਜਿਹੜੇ ਅੱਗੇ ਲੱਗੇ ਜਿਨ੍ਹਾਂ ਨੂੰ ਇਹਨਾਂ ਬਿੱਲਾਂ ਬਾਰੇ ਨੌਲੇਜ ਆ, ਉਹ ਆਪਣੀ ਸਟੇਟਮੈਂਟ ਦੇਣ, ਅਸੀਂ ਸਾਥ ਦਈਏ। ਜੀ ਜੀ ਅਸੀਂ ਸਾਥ ਦਈਏ ਕਿ ਭਾਈ ਅਸੀਂ ਇਕੱਠੇ ਆ, ਤੇ ਕੇਂਦਰ ਤੱਕ ਕੀ ਪੂਰੀ ਦੁਨੀਆ ਤੱਕ ਆਵਾਜ਼ ਜਾਏ ਕਿ ਭਾਈ ਇਹ ਜਿਹੜਾ ਤੂੰ ਧੱਕਾ ਕਰ ਰਹੇ ਆ, ਸਰਕਾਰਾਂ ਦਾ ਹੁਣ ਧੱਕਾ ਜਾਰੀ ਦੇਰ ਚੱਲਣਾ ਨਹੀਂ ਹੈ। ਹਾਂਜੀ, ਜਿਹੜੀ ਤੁਸੀਂ ਗੱਲ ਕੀਤੀ ਵੀ 2500 ਮੰਨ ਲਓ ਤੇ 1800 700 ਦਾ ਫਰਕ, ਮੁੜ ਕੇ ਕਹਿਣਗੇ ਅਗਲੀ ਵਾਰ ਕਹਿਣਗੇ ਵੀ ਅਸੀਂ ਹੁਣ ਤੁਹਾਨੂੰ 1200 ਦੇਣਾ ਜਾਂ 1500 ਦੀ ਤੁਸੀਂ ਗੱਲ ਕੀਤੀ ਹੈ। ਤੁਸੀਂ ਦੇਖਿਆ ਨਾ ਯੂਪੀ 'ਚ ਬਹੁਤ ਸਾਰੀਆਂ ਜਿਹੜੇ ਜ਼ਿਮੀਂਦਾਰ ਨੇ ਆਪਣੇ ਕਿਸਾਨ ਭਰਾ, ਉਹ ਜਦੋਂ ਜਦੋਂ ਇਹ ਕਾਨੂੰਨ ਇਹਨਾਂ ਨੇ ਖਤਮ ਕੀਤਾ, ਮੰਡੀਕਰਨ ਭੰਗ ਕਰਤਾ, ਤੇ ਉਹਨਾਂ ਨੇ ਉਹ ਤੋਂ ਯੂਪੀ ਤੋਂ ਸਮਾਨ ਝੋਨਾ ਲੱਦ ਕੇ ਜੀਰੀ ਲੱਦ ਕੇ ਪੰਜਾਬ ਲਿਆਂਦੀ, ਤੇ ਉਹ ਪਤਾ ਲੱਗਾ ਵੀ ਉਹ ਉੱਥੇ 900 ਰੁਪਏ ਦੇ ਲੈ ਰਹੇ ਸਨ, ਤੇ ਇੱਥੇ ਉਹਨਾਂ ਨੂੰ ਮਹਿੰਗੀ ਵਿਕ ਰਹੀ ਸੀ, 14-1500 ਨੂੰ ਵਿਕ ਰਹੀ ਸੀ। ਇਹ ਜਿਹੜਾ ਇਹਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ, ਉਹਨਾਂ ਦਾ ਇਸ ਸੰਘਰਸ਼ ਵਿੱਚ ਕਿੰਨਾ ਕੁ ਯੋਗਦਾਨ ਹੈ? ਦੇਖੋ ਪੰਜਾਬ ਦਾ ਜੇ ਆਪਾਂ ਜਿਹੜੇ ਪੰਜਾਬ ਦੇ ਜਿੰਨੇ ਵੀ ਕਿਸਾਨ ਆ, ਜੇ ਉਹਨਾਂ ਦੇ ਯੋਗਦਾਨ ਦੀ ਗੱਲ ਕਰੀਏ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਪਿੰਡਾਂ ਦੇ ਪਿੰਡ, ਕਈ ਤਾਂ ਪਿੰਡ ਇਦਾਂ ਦੇ ਜਿਸ ਪਿੰਡ ਵਿੱਚੋਂ ਮੈਨੂੰ ਲੱਗਦਾ ਪਰਿਵਾਰ ਦਾ ਇੱਕ ਜੀ ਤੇ ਜ਼ਰੂਰ ਹੀ ਗਿਆ। ਜੀ ਜੀ ਜੇ ਇੱਕ ਪੂਰਾ ਪਿੰਡ ਵਾ, ਜੇ ਮੈਂ ਆਪਣੇ ਪਿੰਡ ਦੀ ਮੈਂ ਗੱਲ ਕਰਾਂ ਤੇ ਸਾਡੇ ਧੁੰਦੇ ਪਿੰਡ ਵੱਲੋਂ ਲਗਾਤਾਰ ਜਿਹੜਾ ਦੇਵੀਦਾਸਪੁਰੇ ਜਿਹੜਾ ਮੋਰਚਾ ਲੱਗਦਾ ਰਿਹਾ, ਉਹ ਇਹ ਡਿਊਟੀਆਂ ਲੱਗਦੀਆਂ ਰਹੀਆਂ, ਤੇ ਮੈਨੂੰ ਲੱਗਦਾ ਵੀ ਸਾਡੇ ਪਿੰਡ ਦੀ ਹਫ਼ਤੇ 'ਚ 2 ਵਾਰ ਡਿਊਟੀ ਆਉਂਦੀ ਸੀ, 2 ਵਾਰ ਵਾਰੀ ਆਉਂਦੀ ਸੀ, ਤੇ ਸਾਡੇ ਪਿੰਡ 'ਚੋਂ ਵਾਰੀ ਬੱਧੀ ਸੀ ਵੀ ਆਹ ਨੌਜਵਾਨ ਜਾਣਗੇ ਜਿਨ੍ਹਾਂ 'ਚ ਅਸੀਂ ਭਾਗ ਲੈਂਦੇ ਰਹੇ। ਜਿਵੇਂ ਮੇਰਾ ਬੇਟਾ ਵੀ ਜਾਂਦਾ ਰਿਹਾ ਉਸ ਧਰਨੇ ਦੇ ਵਿੱਚ, ਸਾਡੇ ਵੱਡੇ ਬ੍ਰਦਰ ਦਾ ਬੇਟਾ ਭਤੀਜਾ ਮੇਰਾ, ਉਹ ਵੀ ਇਸ ਧਰਨੇ ਵਿੱਚ। ਅਸੀਂ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕੀਤਾ ਬੱਚੇ ਜਾਣ, ਕਿਉਂਕਿ ਬੱਚਿਆਂ ਨੂੰ ਉੱਦਾਂ ਸਮਝਾਉਣਾ ਔਖਾ ਵਾ ਜਦੋਂ ਬੱਚੇ ਆਪ ਧਰਨੇ ਜਾ ਕੇ ਵੇਖ ਕੇ ਆਉਂਦੇ ਵੀ ਸਾਡੇ ਨਾਲ ਕੀ ਹੋ ਰਿਹਾ, ਕਿਉਂਕਿ ਬੱਚੇ ਹੁਣ ਸਿਆਣੇ ਆ, ਹੁਣ ਗ੍ਰੈਜੂਏਸ਼ਨ ਕਰ ਰਹੇ ਆ, +2 ਤੋਂ ਇੱਕ ਬੇਟਾ +2 ਚ ਆ, ਇੱਕ ਬੇਟਾ ਗ੍ਰੈਜੂਏਸ਼ਨ ਕਰ ਰਿਹਾ, ਦਾ ਅਰਥ ਵਾ ਵੀ ਹੁਣ ਉਹਨੂੰ ਸਮਝਵਾ। ਜੇ ਉਹ ਬੱਚੇ ਅੱਜ ਇਸ ਅੰਦੋਲਨ ਦਾ ਹਿੱਸਾ ਬਣਨਗੇ, ਧਰਨਿਆਂ ਜਾਣਗੇ, ਤੇ ਉਹਨਾਂ ਨੇ ਜੋ ਅੱਖੀਂ ਵੇਖਣਾ ਨਾ, ਉਹਨਾਂ ਦੇ ਬ੍ਰੇਨ 'ਚੋਂ ਪੂਰੀ ਪਿਕਚਰ ਤਿਆਰ ਹੋਣੀ ਵੀ ਸਾਡੇ ਨਾਲ ਕਿੱਥੇ ਕਿੱਥੇ ਕੀ ਧੱਕਾ ਹੋ ਰਿਹਾ। ਇੱਕ ਹੁੰਦਾ ਕਿਸੇ ਨੂੰ ਉੱਦਾਂ ਸਮਝਾਉਣਾ, ਇੱਕ ਜਿਹੜੀ ਤੁਹਾਡੇ ਸਾਹਮਣੇ ਜੋ ਘਟਨਾ ਵਾਪਰਦੀ ਉਹਦਾ ਅਸਰ ਇੱਕ ਵੱਖਰਾ ਪੈਂਦਾ। ਪਿੰਡਾਂ ਦੇ ਪਿੰਡ ਸ਼ਾਮਲ ਹੋਏ ਆ, ਅਸੀਂ ਜਿਹੜੇ ਪਿੰਡ ਵੀ ਕਿਤੇ ਗਏ ਆ, ਬੋਲਿਆ ਵਾ, ਜੇ ਕਿਸੇ ਪਿੰਡ 'ਚ ਨਹੀਂ ਵੀ ਕਿਸੇ ਨੂੰ ਪਤਾ ਲੱਗਾ ਜਾਂ ਕੋਈ ਨਹੀਂ ਵੀ ਤੁਰਨਾ ਚਾਹੁੰਦਾ, ਜਦੋਂ ਜਾ ਕੇ ਉੱਥੇ ਵਿਚਾਰ ਦਿੱਤੀ ਆ, ਅਗਲੇ ਉਸੇ ਵੇਲੇ ਕਹਿੰਦੇ ਵੀ ਨਹੀਂ ਇਹ ਸਾਡਾ ਮੁੱਦਾ ਸਾਂਝਾ ਵਾ। ਤੇ ਹਰ ਵਰਗ ਇਸ ਅੰਦੋਲਨ ਦਾ ਹਿੱਸਾ ਬਣਿਆ। ਇੱਥੇ 80 ਸਾਲ ਦਾ ਬਜ਼ੁਰਗ ਵੀ ਇਸ ਅੰਦੋਲਨ ਦਾ ਹਿੱਸਾ ਵਾ, ਇੱਥੇ 10-15 ਸਾਲ ਦਾ ਬੱਚਾ ਵੀ ਇਸ ਅੰਦੋਲਨ ਦਾ ਹਿੱਸਾ ਵਾ। ਜਦੋਂ ਇੱਕ ਮੂਵਮੈਂਟ, ਇੱਕ ਲਹਿਰ 10-8 ਸਾਲ ਦੇ ਬੱਚੇ ਤੋਂ ਲੈ ਕੇ 80-90 ਸਾਲ ਦੇ ਬਜ਼ੁਰਗ ਤੱਕ ਪਹੁੰਚ ਜਾਵੇ, ਉਹਦੇ 'ਚ ਬੀਬੀਆਂ ਵੀ ਆ, ਕੁਝ ਸਾਡੀਆਂ ਭੈਣਾਂ ਵਾ, ਬਜ਼ੁਰਗ ਮਾਵਾਂ ਵੀ ਆ ਸ਼ਾਮਲ ਹੋਈਆਂ ਵਾ। ਇਹਦਾ ਅਰਥ ਕਿ ਸਾਡੀ ਕੌਮ 'ਚ ਜਾਗਰਤੀ ਆ ਰਹੀ ਹੈ, ਸਮਝ ਆ ਰਹੀ ਹੈ, ਸਾਡਾ ਕਿਤੇ ਕਿਤੇ ਧੱਕੇ ਪਹਿਲਾਂ ਵੀ ਦਿਆਏ ਆ, ਪਰ ਜੇ ਅਸੀਂ ਉੱਠ ਰਹੇ ਹਾਂ, ਆਵਾਜ਼ ਬੁਲੰਦ ਕਰ ਰਹੇ ਹਾਂ, ਜਦੋਂ ਉਹ ਕਣੀ ਹੈਗੀ ਆ ਨਾ। ਇਹ ਦੂਜਾ ਗੱਲ, ਇਸ ਅੰਦੋਲਨ ਦੇ ਵਿੱਚ ਜਾਂ ਜਿਹੜੇ 3 ਬਿੱਲ ਪਾਸ ਕੀਤੇ ਸਰਕਾਰ ਨੇ, ਇਹਦੇ ਵਿਰੋਧ 'ਚ ਜਿਹੜੇ ਧਰਨੇ ਲਗਾਤਾਰ ਲੱਗੇ ਆ, ਇਹਦੇ 'ਤੇ ਇੱਕ ਚੀਜ਼ ਹੋਰ ਵੇਖਣ ਚਾਹੀਦੀ ਆ ਕਿ ਜਿਹੜਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਪੰਜਾਬ 'ਚ ਨਸ਼ੇੜੀ ਰਹਿ ਗਏ। ਅਸੀਂ ਅਕਸਰ ਬੋਲਦੇ ਹੁੰਦੇ ਸੀ, ਵੇਖੋ ਜੇ ਇੱਕ ਪਿੰਡ ਦੀ 4000 ਵੋਟ ਆ, ਉਸ ਪਿੰਡ ਦੇ ਵਿੱਚ ਮੰਨ ਲਓ, ਮੈਂ ਆਪਣੇ ਪਿੰਡ ਦੀ ਗੱਲ ਕਰਾਂ, ਸਾਡੇ ਪਿੰਡ 'ਚ 4500 ਦੇ ਕਰੀਬ ਵੋਟ ਆ, 1000 ਨੌਜਵਾਨ ਸਾਡੇ ਪਿੰਡ 'ਚ ਮੰਨ ਲਓ, ਉਹ 'ਚੋਂ 80-90 ਨੌਜਵਾਨ ਨਸ਼ਾ ਕਰਦੇ ਆ, 900 ਨੌਜਵਾਨ ਨਸ਼ਾ ਨਹੀਂ ਕਰਦਾ। ਪਰ ਜਦੋਂ ਮੀਡੀਆ ਨੇ ਪੇਸ਼ ਕਰਨਾ ਪੂਰਾ ਪਿੰਡ ਹੀ ਨਸ਼ੇੜੀ, ਐਵਰੇਜ ਪੱਖੋਂ ਕੱਢੋ ਤੇ 100 ਤੇ 900 ਨੌਜਵਾਨ ਨਸ਼ਾ ਨਹੀਂ ਕਰਦੇ। ਇੱਦਾਂ ਪੰਜਾਬ ਦੀ ਆਪਾਂ ਐਵਰੇਜ ਕੱਢਦੇ, ਅਸੀਂ ਬਥੇਰਾ ਕਹਿੰਦੇ ਹੈਗੀ ਆ, ਅਸੀਂ ਨਹੀਂ ਕਿਤੇ ਨਸ਼ਾ ਨਹੀਂ ਹੈਗਾ, ਨਸ਼ਾ ਹਰ ਸਟੇਟ 'ਚ ਵਾ, ਪਰ ਪੰਜਾਬ 'ਚ ਹੈਗਾ ਵਾ। ਪਰ ਦੂਜਾ ਪੱਖ ਵੇਖੀਏ ਵੀ ਚੰਗੇ ਵੀ ਹੈਗੇ ਆ, ਜਿਹੜੇ ਆ ਸਾਡੇ ਨੌਜਵਾਨ ਤੁਰੇ ਫਿਰਦੇ ਆ, ਮਿਹਨਤ ਕਰਦੇ ਆ। ਤੁਸੀਂ ਵੇਖੋ ਜੋਸ਼ ਇਸ ਅੰਦੋਲਨ ਦੇ ਵਿੱਚ ਕਿੱਦਾਂ ਬਜ਼ੁਰਗਾਂ ਨੇ, ਤਾਂ ਬਜ਼ੁਰਗ ਨਾਲ ਤੁਰੇ, ਬਜ਼ੁਰਗਾਂ ਨਾਲ ਨੌਜਵਾਨ ਤੁਰੇ ਆ। ਹੁਣ ਰਸਤੇ 'ਚ ਉਹਨਾਂ ਨੇ ਕੰਟੇਨਰ ਲਾਤੇ, ਬੜੇ ਬੜੇ ਪੱਥਰ ਕਰੇਨਾਂ ਨੇ ਚੁੱਕ ਕੇ ਰੱਖੇ, ਉਹ ਕਿਹਨੇ ਪਾਸੇ ਕੀਤੇ? ਇਹਨਾਂ ਨੌਜਵਾਨਾਂ ਕੀਤੇ। ਇੱਕ ਕਰਾਰੀ ਚਪੇੜ ਵੱਜੀ ਮੂੰਹ ਤੇ, ਜਿਹੜਾ ਤੁਸੀਂ ਨੌਜਵਾਨਾਂ ਨੂੰ ਚਿੱਟਾ ਪੀਣ ਵਾਲੇ ਕਹਿੰਦੇ ਸੀ, ਇਹਦੇ ਨਾਲ ਸਾਨੂੰ ਇਕੱਠਿਆਂ ਕਰਤਾ। ਅਸੀਂ ਤੇ ਕਹਿੰਦੇ ਮੋਦੀ ਤੇਰਾ ਧੰਨਵਾਦ, ਤੂੰ ਬਿੱਲ ਪਾਸ ਕੀਤੇ ਆ ਨਾ,
ਤੂੰ ਸਾਨੂੰ ਆਪਣੀ ਤਾਕਤ ਬਾਰੇ ਵੀ ਦੱਸਤਾ ਵੀ ਸਾਡੇ 'ਚ ਇੰਨੀ ਕੁ ਤਾਕਤ ਹੈਗੀ, ਅਸੀਂ ਇਕੱਠੇ ਹੋ ਕੇ ਵਿਚਾਰ ਕਰ, ਸਾਡੇ ਹਜ਼ਾਰਾਂ ਮਤਭੇਦ ਹੋਣ ਬਿਲਕੁਲ ਭਰਾਵਾਂ ਦੇ, ਪਿੰਡਾਂ ਵਿੱਚ ਵੀ ਹੈਗੇ ਆ, ਪਰ ਮਤਭੇਦ ਭੁਲਾ ਕੇ ਸਾਡੇ ਭਰਾ ਇਕੱਠੇ ਹੋਏ ਆ। ਬਿਲਕੁਲ ਲੰਗਰ ਪਹਿਲਾਂ ਮੇਲਿਆਂ ਤੇ ਲੱਗਦੇ ਸੀ, ਬਿਲਕੁਲ ਕਿਸਾਨਾਂ ਭਰਾਵਾਂ ਵਾਸਤੇ, ਮਜ਼ਦੂਰ ਭਰਾਵਾਂ ਵਾਸਤੇ ਲੰਗਰ ਲੱਗੇ ਆ। ਬਿਲਕੁਲ ਲੋਕਾਂ 'ਚ ਇੱਕ ਲਹਿਰ ਉੱਠੀ ਆ ਵੀ ਭਾਈ ਵੇਖੋ ਜਾਗੀਏ। ਗੁਰੂ ਅੱਗੇ ਅਰਦਾਸ ਆ ਕਿ ਆਗੂ ਸਾਡੇ ਹੁਣ ਡੋਲਣ ਨਾ, ਬਿਲਕੁਲ ਸਹੀ ਸਾਰਥਕ ਸਿੱਟੇ ਨਿਕਲਣ ਤੇ ਕੁਝ ਨਾ ਕੁਝ ਇਹਦੇ ਵਿੱਚੋਂ ਲੈ ਡਿੱਗਣ। ਹਾਂਜੀ, ਕੀ ਸਰਕਾਰ ਜਿਹੜੀ ਹੈ ਇਸ ਗੱਲ ਨੂੰ ਮੰਨਦੀ ਹੈ ਵੀ ਅਜੇ ਤੱਕ ਤੁਹਾਡੇ ਜਿਹੜਾ ਇਸ ਵਕਤ ਤੱਕ ਸਰਕਾਰ ਇਸ ਗੱਲ ਨੂੰ ਮੰਨ ਚੁੱਕੀ ਹੈ, ਮੰਨੇਗੀ ਵੀ ਜੇ ਅਸੀਂ ਆਰਡੀਨੈਂਸ ਵਾਪਸ ਲਾਂਗੇ? ਵੇਖੋ ਅਜੇ ਤੱਕ ਤੇ ਉਹ ਆਪਣੀ ਗੱਲ ਤੇ ਅੜੇ ਹੋਏ ਆ, ਜਿਹੜੇ ਉਹਨਾਂ ਦੇ ਬਿਆਨ ਆ ਰਹੇ ਆ ਉਹ ਆਪਣੇ ਨੂੰ ਅੜੇ ਹੋਏ ਆ। ਭਾਵੇਂ ਉਹਨਾਂ ਨੇ ਹੁਣ ਸੱਦਾ ਪੱਤਰ ਭੇਜਿਆ ਵਾ ਕਿ ਆਓ, ਪਹਿਲਾਂ ਸ਼ਰਤਾਂ ਰੱਖਦੇ ਸੀ, ਹੁਣ ਸ਼ਰਤਾਂ ਨੂੰ ਸਾਈਡ ਤੇ ਕਰਕੇ ਕਿਹਾ ਵਾ ਵੀ ਆਓ ਤੁਹਾਡੀਆਂ ਅਸੀਂ ਵਿਚਾਰ ਤੁਹਾਡੇ ਨਾਲ ਕਰਨ ਨੂੰ ਤਿਆਰ ਹਾਂ, ਗੋਸ਼ਟੀ ਕਰਨ ਨੂੰ ਤਿਆਰ ਹਾਂ। ਆਹ ਇੱਕ ਬੜਾ ਵਧੀਆ ਫੈਸਲਾ ਸਾਡੇ ਸਾਰੇ ਵੀਰਾਂ ਨੇ, ਕਿਸਾਨ ਭਰਾਵਾਂ ਨੇ ਲਿਆ ਵਾ ਕਿ ਜਿਹੜਾ ਬਾਰਡਰਾਂ ਤੇ ਬੈਠੇ ਆ, ਕੁੰਡਲੀ ਬਾਰਡਰ ਜਿਹੜਾ ਵਾ, ਜਿੱਥੇ ਹੁਣ ਇਸ ਵਕਤ ਆਪਾਂ ਗੱਲਬਾਤ ਕਰ ਰਹੇ, ਇਸ ਵਕਤ ਗੱਲ ਸਭ ਤੋਂ ਮੇਨ ਗੱਲ ਆ ਵੀ ਜਿਹੜਾ ਬਾਰਡਰ ਤੇ ਬਹਿ ਗੱਲ ਹੋ ਰਹੀ ਆ, ਰੋਡ ਤੇ ਬਹਿ ਕੇ, ਇਹ ਆ ਦੁੱਖ ਦੀ ਗੱਲ ਇਹਨਾਂ ਦੀ। ਕਿਉਂਕਿ ਇਹਨਾਂ ਸੜਕਾਂ ਰਾਹੀਂ ਸਬਜ਼ੀਆਂ, ਦੁੱਧ, ਫਰੂਟ ਅੰਦਰ ਦਿੱਲੀ ਤੱਕ ਜਾਣਾ ਸੀ। ਜੀ ਰਸਤੇ 'ਚ ਇਹ ਰੁਕਾਵਟਾਂ ਲਾਉਣ ਦਾ, ਜੇ ਅੰਦਰ ਜਾ ਕੇ ਬਹਿ ਜਾਂਦੇ ਮੰਨ ਲਓ, ਫਿਰ ਤੇ ਜੰਤਰ ਮੰਤਰ ਤੰਤਰ ਜਿਹੜਾ ਵਾ ਉਹ ਉੱਥੇ ਧਰਨਾ ਲਾਉਣਾ ਵਾ। ਜੇ ਰਾਮਲੀਲਾ ਮੈਦਾਨ 'ਚ ਦੀ ਗੱਲ ਕਰੀਏ, ਉਹ ਤੇ ਚਾਹੁੰਦੇ ਸਾਈਡ ਤੇ ਬਹਿ ਜਾਓ, ਉੱਥੇ ਤੁਹਾਨੂੰ ਹਰ ਸੁਵਿਧਾ ਦੇਣ ਨੂੰ ਤਿਆਰ ਅਸੀਂ। ਪਰ ਗੱਲ ਤੇ ਇੱਥੋਂ ਦੀ ਆ ਕਿ ਜੇ ਮੇਨ ਰੋਡ ਤੇ ਮੇਨ ਹਾਈਵੇ ਬੰਦ ਕਰਤੇ ਆ, ਸਾਰੇ ਰਸਤੇ ਦਿੱਲੀ ਦੇ ਬੰਦ ਕੀਤੇ ਆ, ਤੇ ਅਕਸਰ ਤੇ ਇਹਨਾਂ ਨੂੰ ਤਕਲੀਫ ਹੋਣੀ ਆ। ਜਦੋਂ ਸਪਲਾਈ ਬੰਦ ਹੋ ਗਈ, ਦੁੱਧ ਸਬਜ਼ੀਆਂ ਬੰਦ ਹੋ ਗਈਆਂ, ਪਬਲਿਕ ਭੜਕੇਗੀ ਭਾਈ ਇਹ ਕਿਉਂ ਕਰ ਰਹੇ, ਤੁਸੀਂ ਧੱਕਾ ਕਿਉਂ ਕਰ ਰਹੇ, ਪਾਸੇ ਬੈਠੇ ਰਹੋ। ਇੱਥੇ ਆਪਣਾ ਅੰਨਾ ਹਜ਼ਾਰੇ ਬੈਠਾ ਰਿਹਾ ਸੀ, ਰਾਮ ਦੇ ਬੈਠਾ, ਪਾਸੇ ਬੈਠੋ, ਕੀ ਤਕਲੀਫ ਉਹਨਾਂ ਨੂੰ? ਇਹ ਹੁਣ ਦੁੱਖ ਦੀ ਰਗ ਤੇ ਹੱਥ ਰੱਖਿਆ ਉਹਨਾਂ ਦੀ, ਸਾਰੇ ਦਰਵਾਜ਼ੇ ਬੰਦ ਕਰਤੇ ਆ, ਟਰਾਲੀਆਂ ਟਰੈਕਟਰ ਲਾ ਕੇ। ਵੇਖੋ ਫਿਰ ਸਭ ਤੋਂ ਵੱਡੀ ਗੱਲ, ਪੱਤਰਕਾਰ ਜਦੋਂ ਸਾਡੇ ਭਰਾਵਾਂ ਨੂੰ ਪੁੱਛਦੇ, ਕਿਸਾਨ ਭਰਾਵਾਂ ਨੂੰ, ਵੀ ਤੁਸੀਂ ਇੱਥੇ ਇੰਨਾ ਚਿਰ ਰਮੋਗੇ, ਖਾਓਗੇ ਕੀ? ਗੱਦੇ ਪ੍ਰਬੰਧ ਕਰਕੇ ਲੈ ਕੇ ਆਏ। ਪਿੰਡਾਂ ਚੋਂ 10-10, 15-15 ਟਰਾਲੀਆਂ ਇੱਕ ਇਲਾਕੇ ਚੋਂ ਗਈਆਂ, 2-2 ਟਰਾਲੀਆਂ ਰਾਸ਼ਨ ਦੀਆਂ ਗਈਆਂ, ਪੂਰਾ ਪ੍ਰਬੰਧ ਕਰਕੇ। ਕੋਈ ਨਾ ਵੀ ਲੰਗਰ ਲਾਵੇ ਨਾ ਉੱਥੇ, ਇਹਨਾਂ ਕਿਸਾਨ ਭਰਾਵਾਂ ਨੇ ਆਪਣਾ ਪ੍ਰਬੰਧ ਨਾਲ ਕੀਤਾ ਹੋਇਆ, ਕੋਈ ਲੰਗਰ ਨਾਲ ਹੀ। ਕਿਉਂਕਿ ਭਾਵੇਂ ਅਸੀਂ ਜਦੋਂ ਵੇਖਦੇ ਹਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਲੰਗਰ ਲੱਗੇ ਹੋਏ ਆ, ਰਸਤੇ ਜਲ ਪਾਣੀ ਛਕਾਇਆ। ਜਿਸ ਹਰਿਆਣੇ ਨੂੰ ਬਦਨਾਮ ਕੀਤਾ ਜਾ ਰਿਹਾ, ਹਰਿਆਣੇ ਦੇ ਮੁਸਲਮਾਨ ਭਰਾਵਾਂ ਨੇ, ਹਿੰਦੂ ਭਰਾਵਾਂ ਨੇ ਵੀ ਆਏ ਹੋਏ ਕਿਸਾਨਾਂ ਦੀ ਹੈਲਪ ਕੀਤੀ ਹੈ। ਸਾਰੇ ਜੇ ਆਪਾਂ ਮਤਾਂ ਦੀ ਗੱਲ ਕਰੀਏ ਤਾਂ ਸਾਰੇ ਇੱਕੋ ਜਿਹੇ ਬੰਦੇ ਨੇ, ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ। ਤੋ ਜਿਹੜੀ ਗੱਲ ਇਹ ਆ ਵੀ ਅਜੇ ਤੱਕ ਤੇ ਉਹ ਅੜੇ ਹੋਏ ਆ, ਪਰ ਇਹ ਆ ਵੀ ਕਿਤੇ ਨਾ ਕਿਤੇ ਮਸਲਾ ਹੱਲ ਕੋਈ ਨਾ ਕੋਈ, ਅਸੀਂ ਸਾਰਾ ਨਹੀਂ ਕਹਿੰਦੇ, ਪਰ ਕੁਝ ਨਾ ਕੁਝ ਜਿਹੜੇ ਸਾਰਥਕ ਸਿੱਟੇ ਨਿਕਲਣਗੇ। ਜੇ ਹਿਸਾਬ ਨਾਲ ਸਾਡਾ ਜਿਹੜਾ ਇਕੱਠ ਵਾ ਅਜੇ ਵੀ ਵੱਧਦਾ ਜਾ ਰਿਹਾ, ਅਜੇ ਵੀ ਪੰਜਾਬ ਚੋਂ ਟਰਾਲੀਆਂ ਜਾ ਰਹੀਆਂ ਵਾ, ਪਿੰਡਾਂ ਦੇ ਪਿੰਡ ਜਾ ਰਹੇ, ਰਾਤੀ 20,000 ਨਿਹੰਗ ਸਿੰਘ ਗਏ। ਵੇਖੋ ਹਰ ਇੱਕ ਨੇ, ਹਰ ਵਰਗ ਨੇ ਜਾਣਾ। ਮੈਂ ਕਹਿੰਦਾ ਹਜ਼ਾਰਾਂ ਮਤਭੇਦ ਹੋਣਗੇ, ਸਾਡੇ ਵੀ ਹੈਗੇ, ਸਾਡੇ ਧਾਰਮਿਕ ਤੌਰ ਤੇ ਸਾਡੀਆਂ ਡੇਰਿਆਂ ਨਾਲ, ਜਿਹੜੀਆਂ ਸੰਪਰਦਾਵਾਂ ਨਾਲ ਹਜ਼ਾਰਾਂ ਮਤਭੇਦ ਆ, ਪਰ ਜੇ ਕੋਈ ਜਾ ਰਿਹਾ ਤਾਂ ਸਾਨੂੰ ਤਾਂ ਧੰਨਵਾਦ ਕਰਨਾ ਚਾਹੀਦਾ। ਜੇ ਕੋਈ ਇਸ ਮੂਵਮੈਂਟ ਦਾ ਹਿੱਸਾ ਬਣ ਰਿਹਾ, ਹਜ਼ਾਰਾਂ ਮਤਭੇਦ ਭੁਲਾ ਕੇ ਇੱਥੇ ਇਕੱਠੇ, ਜਿਵੇਂ ਮਿਸਲਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ, ਪਰ ਜਦੋਂ ਉਹ ਕਿਸੇ ਵਿਰੋਧੀ ਧਿਰ ਨਾਲ ਲੜਦੇ ਸੀ, ਇਕੱਠੇ ਹੋ ਜਾਂਦੇ, ਬਾਅਦ ਚ ਕਹਿੰਦੇ ਠੀਕ ਆ ਸਾਡਾ ਮਤਭੇਦ ਕਰ ਜਾ ਕੇ। ਜੇ ਕਲਾਕਾਰ ਇਹ ਗੱਲ ਕਹਿ ਸਕਦੇ ਆ ਕਿ ਸਾਡੇ ਕਿਸੇ ਕਲਾਕਾਰ ਨਾਲ ਹਜ਼ਾਰਾਂ ਮਤਭੇਦ ਆ, ਪਰ ਆਪਾਂ ਇਸ ਮੂਵਮੈਂਟ 'ਚ, ਇਸ ਮੁੱਦੇ 'ਚ ਅਸੀਂ ਇਕੱਠੇ ਆ, ਆਪਾਂ ਨੂੰ ਇਕੱਠੇ ਹੋ ਕੇ ਸਾਥ ਦੇਣ ਦੀ ਲੋੜ ਆ, ਤਾਂ ਕਿ ਜੰਗ ਇਹ ਸਾਡੀ ਸਾਂਝੀ ਆ। ਲੱਗਦਾ ਨਹੀਂ ਵੀ ਅੱਜ ਜਿਹੜੀ ਪੰਜਾਬ ਇੱਕ ਮਾਂ ਬਣ ਕੇ ਤੇ ਇਧਰੋਂ ਹਰਿਆਣਾ ਪੁੱਤ ਬਣ ਕੇ ਬੜੇ ਸਮੇਂ ਦੇ ਵਿਛੜੇ, ਜਿਵੇਂ ਲੱਗਦਾ ਵੀ ਐਵੇਂ ਹਰਿਆਣੇ ਵਾਲੇ ਜਿਹੜੇ ਜ਼ਿਮੀਂਦਾਰ ਨੇ, ਜਿਹੜੇ ਪਰਿਵਾਰ ਨੇ, ਸਿੱਖ ਪਰਿਵਾਰ ਸਾਰੇ, ਉਹ ਇਦਾਂ ਲੱਗਦਾ ਨਹੀਂ ਸੀ ਵੀ ਲੱਗਦਾ ਸੀ ਅੱਜ ਬੜੇ ਚਿਰਾਂ ਬਾਅਦ ਵਿਛੋੜਾ ਪਿਆ ਸੀ, ਇਕੱਠੇ ਹੋ ਕੇ ਇੱਕ ਅਸੀਂ ਸੰਘਰਸ਼ ਕਰ ਰਹੇ ਹਾਂ। ਵੇਖੋ ਗੱਲ ਇਹ, ਜਦੋਂ ਪੰਜਾਬ ਤੋਂ ਜਦੋਂ ਤੁਰੇ ਆ ਨਾ ਸਾਰੇ ਸਾਡੇ ਵੀਰ, ਟਰਾਲੀਆਂ ਟਰੈਕਟਰ, ਅਸੀਂ ਨਾਲ ਸੀ ਜਦੋਂ ਅਸੀਂ ਵੇਖਿਆ। ਕਿਉਂਕਿ ਅਸੀਂ ਜਦੋਂ ਦਰਾਏ ਤੋਂ ਵੇਖਿਆ ਸ਼ੰਭੂ ਬਾਰਡਰ ਤੋਂ ਅੱਗੇ ਜਿਉਂ ਬੈਰੀਅਰ ਪਾਰ ਕਰਦੇ ਗਏ, ਕੁਝ ਟਰਾਲੀਆਂ ਅੱਗੇ ਲੱਗੀਆਂ ਸੀ, ਕੁਝ ਟਰਾਲੀਆਂ ਪਿੱਛੇ ਆ ਰਹੀਆਂ ਸੀ। ਮਤਲਬ ਇਹ ਵੇਖਣ ਵਾਲੀ ਗੱਲ ਸੀ ਵੀ ਬਿਆਨ ਪਹਿਲਾਂ ਇਹ ਆ ਰਹੇ ਸੀ ਵੀ ਵੇਖੋ ਹਰਿਆਣਾ ਸਰਕਾਰ ਧੱਕਾ ਕਰ ਰਹੀ ਹੈ। ਠੀਕ ਕੀਤਾ ਧੱਕਾ, ਅਥਰੂ ਗੈਸ ਦੇ ਗੋਲੇ ਸੁੱਟੇ ਉਹਨਾਂ ਨੇ, ਹਰ ਰੁਕਾਵਟ ਖੜੀ ਕੀਤੀ ਹੈ। ਜਿਹੜੀ ਤਾਰ ਬਾਰਡਰਾਂ ਤੇ ਲੱਗੀ ਹੁੰਦੀ, ਉਹ ਤਾਰ ਉਹਨਾਂ ਨੇ ਇੱਕ ਸਟੇਟ ਤੋਂ ਦੂਜੀ ਸਟੇਟ ਜਾਣ ਚਲਾਈ, ਕੰਟੇਨਰ ਰੱਖੇ ਜਿਹਨੂੰ ਆਪਾਂ ਉਸ ਤਰ੍ਹਾਂ ਤਾਰ ਕਹਿੰਦੇ, ਬਿਲਕੁਲ। ਫਿਰ ਉਹ ਤੋਂ ਗੱਡੀ ਗੱਲ ਪੱਥਰ ਅੱਗੇ ਰੱਖੇ, ਉਹ ਸਾਰੇ ਬੈਰੀਅਰ ਪਾਰ ਕਰਕੇ ਰੋਗੇ ਗਏ। ਤੇ ਤੁਸੀਂ ਵੇਖੋ ਥਾਂ ਤੇ ਸਾਡੇ ਜਿਹੜੇ ਹਰਿਆਣੇ ਦੇ ਭਰਾ ਵਾ, ਉਹਨਾਂ ਲੰਗਰ ਲਾਏ, ਕੋਈ ਫਰੂਟ ਲੈ ਕੇ ਖਲੋਤਾ, ਕੋਈ ਬਿਸਕੁਟ ਲੈ ਕੇ ਖਲੋਤਾ, ਕੋਈ ਲੰਗਰ ਲਾ ਕੇ ਬੈਠਾ ਵਾ, ਤੇ ਧੰਨਵਾਦ ਕਰ ਰਿਹਾ ਉਹ ਨਾਲ ਤੁਰੇ ਆ। ਤੇ ਅਸੀਂ ਮੈਂ ਵੀ ਉਤਰ ਕੇ ਇਹ ਗੱਲ ਬੋਲੀ, ਸਾਰਿਆਂ ਨੇ ਗੱਲਾਂ ਕਹੀਆਂ ਕਿ ਵੇਖੋ ਅੱਜ ਵੱਡਾ ਭਰਾ ਛੋਟੇ ਭਰਾ ਕੋ ਆ ਰਿਹਾ, ਤੇ ਭਰਾ ਮਿਲ ਰਿਹਾ,
ਇਹ ਵਿਚੋਲਗੀਏ ਵਿੱਚ ਬੈਰੀਅਰ ਲਾ ਕੇ ਬੈਠੇ ਤੇ ਬੈਰੀਅਰ ਤੋੜਤੇ ਆ। ਕਈ ਵਾਰੀ ਕੰਧਾਂ ਬਣਦੀਆਂ ਤੇ ਕੰਧਾਂ ਢਹਿੰਦੀਆਂ ਵੀ ਆ। ਵੇਖੋ ਕਈਆਂ ਪਰਿਵਾਰਾਂ 'ਚ ਦੀਵਾਰ ਖੜੀ ਹੋ ਜਾਂਦੀ ਆ ਤੇ ਜਦੋਂ ਸਮਝ ਆਉਂਦੀ ਆ ਤੇ ਕਈ ਵਾਰੀ ਉਹ ਭਰਾ ਦੀਵਾਰ ਤੋੜਦੇ ਵੀ ਆ। ਤੇ ਇਹ ਦੀਵਾਰਾਂ ਟੁੱਟੀਆਂ ਵੇਖੀਆਂ ਸੀ, ਪਿਆਰ ਵੇਖਿਆ ਇਕੱਠੇ ਹੋ ਕੇ। ਤੇ ਹਰਿਆਣੇ ਦੇ ਭਰਾਵਾਂ ਨੇ ਗੱਲਾਂ ਕਹੀਆਂ, ਇੰਨਾ ਸਾਥ ਦਿੱਤਾ। ਬੈਰੀਅਰ ਜਦੋਂ ਉਹ ਪਾਰ ਕੀਤੇ ਆ ਨਾ, ਘਰਾਂ 'ਚੋਂ ਟਰੈਕਟਰ ਲਿਆ ਕੇ ਉਹਨਾਂ ਨੇ ਉਹ ਖੱਡੇ ਪੂਰੇ ਆ। ਜਿਹੜੀਆਂ ਕਰੇਨਾਂ ਦੇ ਨਾਲ ਪੱਥਰ ਰੱਖੇ ਸੀ, ਉਹ ਟਰੈਕਟਰਾਂ ਮਗਰ ਪਾ ਕੇ ਹਰਿਆਣੇ ਦੇ ਸਾਡੇ ਭਰਾਵਾਂ ਨੇ ਚੁੱਕ ਕੇ ਪਰਾਂ ਕੀਤੇ ਆ। 307 ਦੇ ਪਰਚੇ ਕਰਾਏ ਉਹਨਾਂ ਨੇ ਆਪਣੇ ਉੱਤੇ। ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਕਿਸਾਨ ਉਹਨਾਂ ਭਰਾਵਾਂ ਨੇ, ਮਜ਼ਦੂਰ ਭਰਾਵਾਂ ਨੇ, ਉਹ 'ਚ ਹਿੰਦੂ ਮੁਸਲਮਾਨ ਹਰ ਕਿਸਮ ਦੇ ਬੰਦੇ ਨੇ ਸਾਥ ਦਿੱਤਾ। ਸਾਡੀਆਂ ਹਿੰਦੂ ਭੈਣਾਂ ਵੀ ਕਈ ਚਾਹ ਪਾਣੀ ਲੈ ਕੇ ਆਈਆਂ, ਕਈ ਮੁਸਲਮਾਨ ਭਰਾ ਲੰਗਰ ਲੈ ਕੇ ਆਏ ਆ, ਫਰੂਟ ਲੈ ਕੇ ਆਏ ਆ। ਇਹਦਾ ਅਰਥ ਉਹ ਸੋਚਦੇ ਆ ਵੀ ਇਹ ਇਨਸਾਨੀਅਤ ਦੀ ਗੱਲ ਆ। ਫਿਰ ਵੇਖੋ ਕੁਝ ਸਿਰ ਫਿਰੇ ਲੋਕ ਇਹਨੂੰ ਕਹਿੰਦੇ ਆ ਵੀ ਇਹ ਤੇ ਅੱਤਵਾਦੀਆਂ ਦਾ ਇਕੱਠ ਆ। ਉਹ ਹੱਦ ਹੋ ਗਈ। ਉਹ ਜੇ ਕੁਝ ਮੀਡੀਆ ਵਾਲੇ ਆਪਣਾ ਕੰਗਨਾ ਰਣੌਤ ਦੀ ਗੱਲ ਕਰ ਰਹੀ ਆਪਾਂ, ਉਹ ਕਿੱਡੇ ਭੱਦੇ ਮੁਕੇਸ਼ ਖੰਨੇ ਨੇ ਕਿਹਾ ਵਾ, ਭਾਵੇਂ ਉਹਦੇ ਬਾਰੇ ਬਿਆਨ ਆ ਰਹੇ ਉਹਦੀ, ਪਰ ਜਦੋਂ ਉਹ ਕਿਸੇ ਵਿਰੋਧੀ ਧਿਰ ਨਾਲ ਲੜਦੇ ਸੀ, ਇਕੱਠੇ ਹੋ ਜਾਂਦੇ, ਬਾਅਦ ਚ ਕਹਿੰਦੇ ਠੀਕ ਆ ਸਾਡਾ ਮਤਭੇਦ ਕਰ ਜਾ ਕੇ। ਜੇ ਕਲਾਕਾਰ ਇਹ ਗੱਲ ਕਹਿ ਸਕਦੇ ਆ ਕਿ ਸਾਡੇ ਕਿਸੇ ਕਲਾਕਾਰ ਨਾਲ ਹਜ਼ਾਰਾਂ ਮਤਭੇਦ ਆ, ਪਰ ਆਪਾਂ ਇਸ ਮੂਵਮੈਂਟ 'ਚ, ਇਸ ਮੁੱਦੇ 'ਚ ਅਸੀਂ ਇਕੱਠੇ ਆ। ਆਪਾਂ ਨੂੰ ਇਕੱਠੇ ਹੋ ਕੇ ਸਾਥ ਦੇਣ ਦੀ ਲੋੜ ਆ, ਤਾਂ ਕਿ ਜੰਗ ਇਹ ਸਾਡੀ ਸਾਂਝੀ ਆ। ਲੱਗਦਾ ਨਹੀਂ ਵੀ ਅੱਜ ਜਿਹੜੀ ਪੰਜਾਬ ਇੱਕ ਮਾਂ ਬਣ ਕੇ ਤੇ ਇਧਰੋਂ ਹਰਿਆਣਾ ਪੁੱਤ ਬਣ ਕੇ ਬੜੇ ਸਮੇਂ ਦੇ ਵਿਛੜੇ, ਜਿਵੇਂ ਲੱਗਦਾ ਵੀ ਐਵੇਂ ਇਹ ਹਰਿਆਣੇ ਵਾਲੇ ਜਿਹੜੇ ਜ਼ਿਮੀਂਦਾਰ ਨੇ, ਜਿਹੜੇ ਪਰਿਵਾਰ ਨੇ, ਸਿੱਖ ਪਰਿਵਾਰ ਸਾਰੇ, ਉਹ ਇਦਾਂ ਲੱਗਦਾ ਨਹੀਂ ਸੀ ਵੀ ਲੱਗਦਾ ਸੀ ਅੱਜ ਬੜੇ ਚਿਰਾਂ ਬਾਅਦ ਵਿਛੋੜਾ ਪਿਆ ਸੀ, ਇਕੱਠੇ ਹੋ ਕੇ ਇੱਕ ਅਸੀਂ ਸੰਘਰਸ਼ ਕਰ ਰਹੇ ਹਾਂ। ਵੇਖੋ ਗੱਲ ਇਹ, ਜਦੋਂ ਪੰਜਾਬ ਤੋਂ ਜਦੋਂ ਤੁਰੇ ਆ ਨਾ ਸਾਰੇ ਸਾਡੇ ਵੀਰ ਟਰਾਲੀਆਂ ਟਰੈਕਟਰ ਪਾ, ਅਸੀਂ ਨਾਲ ਸੀ ਜਦੋਂ ਅਸੀਂ ਵੇਖਿਆ, ਕਿਉਂਕਿ ਅਸੀਂ ਜਦੋਂ ਦਰਾਏ ਤੋਂ ਵੇਖਿਆ ਸ਼ੰਭੂ ਬਾਰਡਰ ਤੋਂ ਅੱਗੇ ਜਿਉਂ ਬੈਰੀਅਰ ਪਾਰ ਕਰਦੇ ਗਏ, ਕੁਝ ਟਰਾਲੀਆਂ ਅੱਗੇ ਲੱਗੀਆਂ ਸੀ, ਕੁਝ ਟਰਾਲੀਆਂ ਪਿੱਛੇ ਆ ਰਹੀਆਂ ਸੀ। ਮਤਲਬ ਇਹ ਵੇਖਣ ਵਾਲੀ ਗੱਲ ਸੀ ਵੀ ਬਿਆਨ ਪਹਿਲਾਂ ਇਹ ਆ ਰਹੇ ਸੀ ਵੀ ਵੇਖੋ ਹਰਿਆਣਾ ਸਰਕਾਰ ਧੱਕਾ ਕਰ ਰਹੀ ਹੈ। ਠੀਕ ਕੀਤਾ ਧੱਕਾ, ਅਥਰੂ ਗੈਸ ਦੇ ਗੋਲੇ ਸੁੱਟੇ ਉਹਨਾਂ ਨੇ, ਹਰ ਰੁਕਾਵਟ ਖੜੀ ਕੀਤੀ ਹੈ। ਜਿਹੜੀ ਤਾਰ ਬਾਰਡਰਾਂ ਤੇ ਲੱਗੀ ਹੁੰਦੀ, ਉਹ ਤਾਰ ਉਹਨਾਂ ਨੇ ਇੱਕ ਸਟੇਟ ਤੋਂ ਦੂਜੀ ਸਟੇਟ ਜਾਣ ਚਲਾਈ, ਕੰਟੇਨਰ ਰੱਖੇ ਜਿਹਨੂੰ ਆਪਾਂ ਉਸ ਤਰ੍ਹਾਂ ਤਾਰ ਕਹਿੰਦੇ। ਬਿਲਕੁਲ। ਫਿਰ ਉਹ ਤੋਂ ਗੱਡੀ ਗੱਲ ਪੱਥਰ ਅੱਗੇ ਰੱਖੇ, ਉਹ ਸਾਰੇ ਬੈਰੀਅਰ ਪਾਰ ਕਰਕੇ ਅੱਗੇ ਗਏ। ਤੇ ਤੁਸੀਂ ਵੇਖੋ ਥਾਂ ਤੇ ਸਾਡੇ ਜਿਹੜੇ ਹਰਿਆਣੇ ਦੇ ਭਰਾ ਵਾ, ਉਹਨਾਂ ਲੰਗਰ ਲਾਏ। ਕੋਈ ਫਰੂਟ ਲੈ ਕੇ ਖਲੋਤਾ, ਕੋਈ ਬਿਸਕੁਟ ਲੈ ਕੇ ਖਲੋਤਾ, ਕੋਈ ਲੰਗਰ ਲਾ ਕੇ ਬੈਠਾ ਵਾ ਤੇ ਧੰਨਵਾਦ ਕਰ ਰਿਹਾ ਉਹ ਨਾਲ ਤੁਰੇ ਆ। ਤੇ ਅਸੀਂ ਮੈਂ ਵੀ ਉਤਰ ਕੇ ਇਹ ਗੱਲ ਬੋਲੀ, ਸਾਰਿਆਂ ਨੇ ਗੱਲਾਂ ਕਹੀਆਂ ਕਿ ਵੇਖੋ ਅੱਜ ਵੱਡਾ ਭਰਾ ਛੋਟੇ ਭਰਾ ਕੋ ਆ ਰਿਹਾ ਤੇ ਭਰਾ ਮਿਲ ਰਹੇ ਆ। ਇਹ ਵਿਚੋਲਗੀਏ ਵਿੱਚ ਬੈਰੀਅਰ ਲਾ ਕੇ ਬੈਠੇ ਤੇ ਬੈਰੀਅਰ ਤੋੜਤੇ ਆ। ਕਈ ਵਾਰੀ ਕੰਧਾਂ ਬਣਦੀਆਂ ਤੇ ਕੰਧਾਂ ਢਹਿੰਦੀਆਂ ਵੀ ਆ। ਵੇਖੋ ਕਈਆਂ ਪਰਿਵਾਰਾਂ 'ਚ ਦੀਵਾਰ ਖੜੀ ਹੋ ਜਾਂਦੀ ਆ ਤੇ ਜਦੋਂ ਸਮਝ ਆਉਂਦੀ ਆ ਤੇ ਕਈ ਵਾਰੀ ਉਹ ਭਰਾ ਦੀਵਾਰ ਤੋੜਦੇ ਵੀ ਆ। ਤੇ ਇਹ ਦੀਵਾਰਾਂ ਟੁੱਟੀਆਂ ਵੇਖੀਆਂ ਸੀ, ਪਿਆਰ ਵੇਖਿਆ ਇਕੱਠੇ ਹੋ ਕੇ। ਤੇ ਹਰਿਆਣੇ ਦੇ ਭਰਾਵਾਂ ਨੇ ਗੱਲਾਂ ਕਹੀਆਂ, ਇੰਨਾ ਸਾਥ ਦਿੱਤਾ। ਬੈਰੀਅਰ ਜਦੋਂ ਉਹ ਪਾਰ ਕੀਤੇ ਆ ਨਾ, ਘਰਾਂ 'ਚੋਂ ਟਰੈਕਟਰ ਲਿਆ ਕੇ ਉਹਨਾਂ ਨੇ ਉਹ ਖੱਡੇ ਪੂਰੇ ਆ। ਜਿਹੜੀਆਂ ਕਰੇਨਾਂ ਦੇ ਨਾਲ ਪੱਥਰ ਰੱਖੇ ਸੀ, ਉਹ ਟਰੈਕਟਰਾਂ ਮਗਰ ਪਾ ਕੇ ਹਰਿਆਣੇ ਦੇ ਸਾਡੇ ਭਰਾਵਾਂ ਨੇ ਚੁੱਕ ਕੇ ਪਰਾਂ ਕੀਤੇ ਆ। 307 ਦੇ ਪਰਚੇ ਕਰਾਏ ਉਹਨਾਂ ਨੇ ਆਪਣੇ ਉੱਤੇ। ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ ਵੀ ਕਿਸਾਨ ਉਹਨਾਂ ਭਰਾਵਾਂ ਨੇ, ਮਜ਼ਦੂਰ ਭਰਾਵਾਂ ਨੇ, ਉਹ 'ਚ ਹਿੰਦੂ ਮੁਸਲਮਾਨ ਹਰ ਕਿਸਮ ਦੇ ਬੰਦੇ ਨੇ ਸਾਥ ਦਿੱਤਾ। ਸਾਡੀਆਂ ਹਿੰਦੂ ਭੈਣਾਂ ਵੀ ਕਈ ਚਾਹ ਪਾਣੀ ਲੈ ਕੇ ਆਈਆਂ, ਕਈ ਮੁਸਲਮਾਨ ਭਰਾ ਲੰਗਰ ਲੈ ਕੇ ਆਏ ਆ, ਫਰੂਟ ਲੈ ਕੇ ਆਏ ਆ। ਇਹਦਾ ਅਰਥ ਉਹ ਸੋਚਦੇ ਆ ਵੀ ਇਹ ਇਨਸਾਨੀਅਤ ਦੀ ਗੱਲ ਆ। ਫਿਰ ਵੇਖੋ ਕੁਝ ਸਿਰ ਫਿਰੇ ਲੋਕ ਇਹਨੂੰ ਕਹਿੰਦੇ ਆ ਵੀ ਇਹ ਤੇ ਅੱਤਵਾਦੀਆਂ ਦਾ ਇਕੱਠ ਆ। ਉਹ ਹੱਦ ਹੋ ਗਈ। ਉਹ ਜੇ ਕੁਝ ਮੀਡੀਆ ਵਾਲੇ ਆਪਣਾ ਕੰਗਨਾ ਰਣੌਤ ਦੀ ਗੱਲ ਕਰ ਰਹੀ ਆਪਾਂ, ਉਹ ਕਿੱਡੇ ਭੱਦੇ ਮੁਕੇਸ਼ ਖੰਨੇ ਨੇ ਕਿਹਾ ਵਾ, ਭਾਵੇਂ ਉਹਦੇ ਬਾਰੇ ਬਿਆਨ ਆ ਰਹੇ ਉਹਦੀ ਆਈਡੀ ਜਿਹੜੀ ਆ ਉਹ ਅਸਲੀ ਨਹੀਂ ਹੈਗੀ, ਨਕਲੀ ਆਈਡੀ ਤੋਂ ਕਿਸੇ ਨੇ ਲਿਖਤਾ। ਚਲੋ ਉਹ ਤੇ ਗਾਂ ਉਹ ਦੱਸੇ ਬਿਆਨ ਦੇਵੇ ਜੋ ਹੁਣ ਪ੍ਰੂਫ ਕਰੇ ਕਿ ਇਹ ਉਗਰਵਾਦੀ ਆ। ਹੱਦ ਹੋ ਗਈ। ਇਹ ਉਗਰਵਾਦੀ ਆ ਜਿਨ੍ਹਾਂ ਦੀ ਪੈਦਾ ਕੀਤੀ ਹੋਈ ਫਸਲ, ਜਿਹੜਾ ਪੈਦਾ ਕੀਤਾ ਆ ਦਾਲਾਂ ਸਬਜ਼ੀਆਂ ਫਲ ਫਰੂਟ ਤੁਹਾਡੇ ਡਾਈਨਿੰਗ ਟੇਬਲ ਤੇ ਆਉਂਦਾ, ਤੁਸੀਂ ਖਾ ਕੇ ਨਿਕਲਦੇ, ਇਹ ਉਗਰਵਾਦੀ ਆ। ਹੱਦ ਹੋ ਗਈ। ਇਹ ਉਗਰਵਾਦੀ ਜਿਹੜੇ ਤੁਹਾਨੂੰ ਜਿਨ੍ਹਾਂ ਦਾ ਪੈਦਾ ਕੀਤਾ ਅਨਾਜ ਦੁੱਧ ਤੁਹਾਡੇ ਟੇਬਲਾਂ ਤੇ ਰੋਜ਼ ਸਜਦਾ। ਤੇ ਮਤਲਬ ਇਹ ਲੋਕ ਕਿਤੇ ਨਾ ਕਿਤੇ ਕਠਪੁਤਲੀਆਂ ਬਣ ਕੇ ਸਰਕਾਰਾਂ ਦੀਆਂ ਨੱਚ ਰਹੇ ਆ ਤੇ ਉਹਨਾਂ ਦੇ ਇਸ਼ਾਰਿਆਂ ਤੇ। ਹੁਣ ਕੰਗਨਾ ਰਣੌਤ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਨ੍ਹਾਂ ਬਾਰੇ ਜਿਨ੍ਹਾਂ ਮਾਵਾਂ ਬਾਰੇ ਏਡੀ ਭੱਦੀ ਸ਼ਬਦਾਵਲੀ ਵਰਤੀ ਆ ਵੀ ਇਹ 100 ਰੁਪਏ ਤੇ ਲਿਆਂਦੀਆਂ, ਉਹ ਤੁਹਾਡੇ ਤੇ ਪਰਿਵਾਰਾਂ ਦੀਆਂ ਧੀਆਂ ਭੈਣਾਂ ਟਕੇ ਤੇ ਵੇਖਦੀਆਂ ਸੀ
ਇਹ ਉਹ ਮਾਵਾਂ ਜਿਨ੍ਹਾਂ ਦੀ ਕੁੱਖ ਚੋਂ ਉਹ ਯੋਧੇ ਪੈਦਾ ਹੋਏ ਆ ਜਿਨ੍ਹਾਂ ਨੇ ਤੁਹਾਡੀਆਂ ਵਿਕਦੀਆਂ ਗਜਨੀ ਦੇ ਬਾਜ਼ਾਰ ਚੋਂ ਵਾਪਸ ਲੈ ਕੇ ਆਉਂਦੀਆਂ ਤੇ ਜਿਨ੍ਹਾਂ ਨੂੰ ਤੂੰ 100 ਰੁਪਏ ਤੇ ਕਹਿ ਰਹੀਆਂ ਵੀ ਇਹ 100 ਰੁਪਏ ਤੇ ਅਸਲ 'ਚ ਉਹ ਆਪਣਾ ਚਿਹਰਾ ਦੱਸ ਰਹੀ ਵੀ ਜਿਵੇਂ ਆਪ ਨੇ ਫਿਲਮਾਂ ਜਦੋਂ ਇੱਕ ਫਿਲਮ ਸਾਈਨ ਕੀਤੀ ਉਹ ਦੂਜਾ ਵੱਧ ਪੈਸੇ ਦੇ ਤੇ ਉਧਰ ਤੁਰ ਪੈਂਦੀਆਂ। ਅਸਲ ਦੇ ਵਿੱਚ ਇਹਨਾਂ ਨੇ ਜਿਹੜੀਆਂ ਇਹ ਐਕਟਰਾਂ ਇਹਨਾਂ ਨੇ ਆਪਣਾ ਰੂਪ ਪੇਸ਼ ਕੀਤਾ ਵੀ ਜਿਵੇਂ ਅਸੀਂ ਪੈਸੇ ਕਰਕੇ ਇੱਧਰ ਉੱਧਰ ਹੋ ਜਾਂਦੀਆਂ। ਸ਼ਾਇਦ ਇਹ ਵੀ ਬੀਬੀਆਂ ਇਦਾਂ ਦੀਆਂ ਵੀ ਇਹ ਤੇ ਮਾਵਾਂ ਉਹ ਆ ਜਿਨ੍ਹਾਂ ਨੇ ਯੋਧੇ ਪੈਦਾ ਕੀਤੇ ਆ, ਜਿਹੜੀਆਂ ਲੰਗਰ ਪਕਾ ਰਹੀਆਂ ਵਾ, ਜਿਹੜੀਆਂ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੀਆਂ ਹੋਈਆਂ। ਤੇ ਇਹੋ ਜਿਹੀਆਂ ਮਾਵਾਂ ਬਾਰੇ ਸ਼ਬਦ ਬੋਲਣੇ ਮੈਂ ਕਹਿੰਦਾ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਇਹੋ ਜਿਹੇ ਐਕਟਰਾਂ ਨੂੰ ਜਿਹੜੀਆਂ ਇਦਾਂ ਦੀ ਭੱਦੀ ਸ਼ਬਦਾਵਲੀ ਜਿਹੜੀਆਂ ਸਾਡੀਆਂ ਮਾਵਾਂ ਬਾਰੇ ਬੋਲ ਰਹੀਆਂ। ਜਿੱਥੇ ਤੱਕ ਉਹਨੇ ਔਰਤ ਹੋ ਕੇ ਔਰਤਾਂ ਬਾਰੇ ਇਹ ਗੱਲ ਕਹੀ ਹੈ ਤੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜਦੋਂ ਔਰਤਾਂ ਰਾਜਨੀਤਿਕ 'ਚ ਜਾਂਦੀਆਂ ਨੇ ਉਦੋਂ ਕਿਉਂ ਨਹੀਂ ਬੋਲਦੀ? ਵੇਖੋ ਗੱਲ ਫਿਰ ਉੱਥੇ ਗੱਲ ਆਉਂਦੀ ਹੈ ਨਾ ਵੀ ਇਹ ਬਹੁਤ ਨੀਵੀਂ ਸੋਚ ਦੇ ਲੋਕ ਵਾ ਜਿਨ੍ਹਾਂ ਦੀ ਆਪਾਂ ਇਹ ਕਹਾਂਗੇ ਵੇਖੋ ਜੀ ਜੇ ਬੜੇ ਬੜੇ ਉੱਚੇ ਘਰਾਣਿਆਂ ਦੇ ਆ ਪਰ ਸੋਚ ਕਿੰਨੀ ਇਹਨਾਂ ਲੋਕਾਂ ਦੀ ਨੀਵੀਂ ਆ ਵੀ ਅਸਲ ਦੇ ਵਿੱਚ ਆਪ ਉਹ ਕੰਮ ਕਰਦੀਆਂ ਨਾ ਜਿੱਦਾਂ ਦੇ ਆਪ ਹੁੰਦੇ ਆ ਤੇ ਉਦਾਂ ਦੇ ਇਹਨਾਂ ਨੂੰ ਸਾਰਾ ਦਿਸਦਾ ਵਾ ਵੀ ਇਹ ਸੋਚਦੇ ਵੀ ਜਿਵੇਂ ਅਸੀਂ ਵਿਕਦੀਆਂ ਜਿਵੇਂ ਆਪਣੇ ਮੂੰਹ ਜਿੱਦਾਂ ਇਹ ਫਿਲਮੀ ਐਕਟਰਾਂ ਦੱਸਦੀਆਂ ਵਾ ਵੀ ਅਸੀਂ ਆਪਣਾ ਇਹ ਜਿਸਮ ਦਾ ਸੌਦਾ ਕਰਕੇ ਅੱਗੇ ਵਧਦੀਆਂ ਪੜਾ ਦਰ ਪੜਾ ਤੁਰਦੀਆਂ। ਇਹ ਸੋਚਦੇ ਸ਼ਾਇਦ ਸਾਰੀਆਂ ਔਰਤਾਂ ਇਦਾਂ ਦੀਆਂ ਤੇ ਕਿਰਦਾਰ ਵਾਲੀਆਂ ਬੀਬੀਆਂ ਵਾ ਜਿਨ੍ਹਾਂ ਨੇ ਸਵਾ ਮਣ ਪੀਸਿਆ ਵਾ ਤੇ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਵਾ। ਇਹ ਮਾਈਆਂ ਸਾਡੀਆਂ ਉਹਨਾਂ ਮਾਵਾਂ ਦਾ ਇੱਕ ਰੂਪ ਵਾ ਜਦੋਂ ਅਰਦਾਸ ਚ ਪੜ੍ਹਦੇ ਜਿਨ੍ਹਾਂ ਸਿੰਘਣੀਆਂ ਧਰਮੇ ਰਸੀਦ ਦਿੱਤੇ। ਇਹ ਉਹ ਮਾਵਾਂ ਵਾ ਜਿਨ੍ਹਾਂ ਮਾਵਾਂ ਨੇ ਮਿਹਨਤ ਕੀਤੀ ਆ, ਮੁਸ਼ੱਕਤ ਕੀਤੀ ਆ ਤੇ ਆਪਣੇ ਬੱਚੇ ਪਾਲੇ ਆ। ਤੇ ਇਸ ਮੂਵਮੈਂਟ 'ਚ ਉਹ ਵੀ ਮਾਵਾਂ ਸ਼ਾਮਲ ਹੋਈਆਂ ਜਿਨ੍ਹਾਂ ਦੀਆਂ ਪੁਸ਼ਪਿੰਦਰ ਸਿੰਘ ਜੀ ਧੀ ਪੁੱਤ ਵੀ ਹੈ ਨਹੀਂ, ਔਲਾਦ ਵੀ ਹੈ ਨਹੀਂ। ਮਤਲਬ ਇਹ ਨਹੀਂ ਵੀ ਲਾਲਚ ਹੁੰਦਾ, ਲਾਲਚ ਵੀ ਮੈਂ ਆਪਣੇ ਬੱਚੇ ਲਈ ਜਾ ਰਿਹਾ ਨਾ ਇਹੋ ਜਿਹੀਆਂ ਮਾਵਾਂ ਵੀ ਹੈਗੀਆਂ। ਉਹ ਰੋ ਪੈਂਦੀ ਆ ਉਹ ਮਾਂ ਨੂੰ ਮਤਲਬ ਕਿੱਡੀ ਵੱਡੀ ਉਹ ਭਾਵਕ ਕਰਨ ਵਾਲੀ ਗੱਲ ਵੀ ਮਾਂ ਨੂੰ ਪੱਤਰਕਾਰ ਪੁੱਛਦਾ ਵੀ ਮਾਤਾ ਜੀ ਬੱਚੇ, ਉਹ ਕਹਿੰਦੀ ਮੇਰਾ ਨਾ ਕੋਈ ਧੀ ਆ ਨਾ ਪੋਤਾ, ਬਾਪੂ ਤੇਰਾ ਤੇ ਆ ਮੈਂ ਕੱਪੜੇ ਨਾਲ ਲੈ ਕੇ ਤੁਰੀਆਂ ਭਾਵੇਂ ਮੈਨੂੰ ਕੋ ਮਾਰ ਦੇ। ਮਤਲਬ ਇਹ ਹੁਣ ਇਹੋ ਜਿਹੀਆਂ ਮਾਵਾਂ ਵੱਲ ਵੇਖ ਕੇ ਤੇ ਬੰਦੇ ਦਾ ਦਿਲ ਨਹੀਂ ਪਾੜਦਾ ਕਰੀ ਵੀ ਯਾਰ ਇਹ ਮਾਵਾਂ ਜੇ ਤੁਰਦੀਆਂ ਤੇ ਇਹ ਕਿਹੜੀ ਜ਼ਮੀਰ ਦੇ ਲੋਕ ਆ। ਹੱਦ ਹੋ ਗਈ ਜਿਹਨੂੰ ਤੁਸੀਂ ਉਗਰਵਾਦੀ ਕਹਿੰਦੇ ਆ। ਅੱਜ ਸਾਰਾ ਇਹ ਕੱਲਾ ਉਹਨੇ ਇਹਨਾਂ ਮਾਵਾਂ ਬਾਰੇ ਨਹੀਂ ਕਿਹਾ, ਹਰ ਕਿਸਾਨ ਦੀ ਮਾਂ ਬਾਰੇ ਕਿਹਾ। ਅੱਜ ਹਰ ਕਿਸਾਨ ਇਹ ਕੰਮ ਛੱਡ ਦੇਵੇ ਮੰਨ ਲਓ, ਇਹਨੂੰ ਪੁੱਛੋ ਖਾਓਗੇ ਕੀ? ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ ਕਿ ਤੁਸੀਂ ਵੇਖੋ ਆ ਕਰੋਨੇ ਦਾ ਸਮਾਂ ਚੱਲਿਆ, ਕਰੋਨੇ ਦਾ ਪੀਰੀਅਡ ਗਿਆ, ਵੇਖੋ ਭਾਵੇਂ ਅੰਬਾਨੀ ਆ ਭਾਵੇਂ ਅੰਦਾਨੀ ਬੜੇ ਤੁਸੀਂ ਅਮੀਰ ਘਰਾਣਿਆਂ ਦੀ ਗੱਲ ਕਰ ਲਓ, ਕੱਪੜੇ ਤੋਂ ਬਿਨਾਂ ਵੀ ਲੋਕਾਂ ਨੇ ਸਾਰ ਲਿਆ 6 ਮਹੀਨੇ। ਜਿਹੜੇ ਸੂਟ ਹੈਗੇ ਸੀ ਉਹ ਪਾ ਲਏ, ਜਦੋਂ ਕਿਤੇ ਜਾਣਾ ਨਹੀਂ ਸੀ ਨਵੇਂ ਲੋਕਾਂ ਸੂਟ ਨਹੀਂ ਸਵਾਏ। ਜੁੱਤੀਆਂ ਤੋਂ ਬਿਨਾਂ ਵੀ ਸਾਰ ਲਿਆ, ਠੀਕ ਆ, ਕੱਪੜੇ ਤੋਂ ਬਿਨਾਂ, ਜੁੱਤੀਆਂ ਤੋਂ ਬਿਨਾਂ, ਘੜੀ ਤੋਂ ਬਿਨਾਂ, ਮੋਬਾਈਲ ਤੋਂ ਬਿਨਾਂ ਵੀ ਸਾਰ ਲੂ ਬੰਦਾ। ਪਰ ਇੱਕ ਚੀਜ਼ ਆ ਉਹ ਰੋਟੀ ਕਿਸਾਨ ਦੀ ਪੈਦਾ ਕੀਤੀ ਹੋਈ ਉਸ ਕਣਕ ਤੋਂ ਬਿਨਾਂ, ਉਸ ਅਨਾਜ ਤੋਂ ਬਿਨਾਂ, ਉਸ ਖੁਰਾਕ ਤੋਂ ਬਿਨਾਂ ਸਾਰ ਕੇ ਵਿਖਾਵੇ ਕੋਈ? ਵੱਧ ਤੋਂ ਵੱਧ ਤੁਸੀਂ 2 ਦਿਨ 3 ਦਿਨ ਇਹ ਤਾਂ ਸਰਨਾ ਹੀ ਨਹੀਂ। ਖਾਓ ਅਕਸਰ ਤਾਂ ਕੁਝ ਨਾ ਕੁਝ ਖਾਓਗੇ ਨਾ। ਬਿਲਕੁਲ ਮੈਂ ਕਹਿੰਦਾ ਤੁਸੀਂ ਕਣਕ ਨਹੀਂ ਖਾਓਗੇ, ਹੋਰ ਕੁਝ ਖਾਓਗੇ ਤੇ ਉਹ ਜਿਹੜਾ ਕਿਸਾਨ ਦਾ ਪੈਦਾ ਕੀਤਾ ਆ ਦੁੱਧ ਉਹ ਪੈਦਾ ਕਰਦਾ। 1 ਲੀਟਰ ਦੁੱਧ ਪੈਦਾ ਕਰਨ ਲਈ ਕਿੰਨਾ ਸੰਘਰਸ਼ ਕਰਨਾ ਪੈਂਦਾ ਉਹਨੂੰ। ਲੋਕ ਸਰਦੀਆਂ 'ਚ ਘਰਾਂ 'ਚ ਬੈਠੇ ਕਿੱਦਾਂ ਠੰਡੇ ਹੱਥ ਠਰੂ ਕਰਦੇ ਜਾ ਕੇ ਕੋਰਾ ਪਿਆਂ ਦਾ ਪੱਠੇ ਵੱਢ ਕੇ ਲਿਆਉਂਦਾ, ਤੂੜੀ ਪੱਠੇ ਕਿੱਦਾਂ ਮਿਹਨਤ ਕਰਦਾ ਉਹ। 1 ਲੀਟਰ ਦੁੱਧ ਪੈਦਾ ਕਰਨ ਲਈ ਪਿੱਛੇ ਕਿੱਡਾ ਵੱਡਾ ਸੰਘਰਸ਼ ਕਰਦਾ ਕਿਸਾਨ। ਤੇ ਇਹ ਲੋਕ ਉਹ ਆ ਜਿਹਨਾਂ ਨੂੰ ਬਣਿਆ ਬਣਾਤਾ ਸਾਰਾ ਕੁਝ ਮਿਲਦਾ ਵਾ। ਤਾਂ ਕੋਈ ਗੱਲ ਨਹੀਂ, ਹੁਣ ਗੁਰੂ ਬਖਸ਼ਿਸ਼ ਕਰੇ ਪੂਰੀ ਦੁਨੀਆ ਤੇ ਇਹ ਲਹਿਰ ਉੱਠੀ ਆ। ਬਾਹਰਲੀਆਂ ਕੰਟਰੀਆਂ ਜਿਹੜੇ ਬੱਚੇ ਬੈਠੇ ਆ ਨਾ ਜਿਹਨਾਂ ਦੀਆਂ ਮਾਵਾਂ ਪੰਜਾਬ 'ਚ ਆ, ਜਾਂ ਇਹੋ ਜਿਹੇ ਵੀ ਮੈਂ ਬਾਹਰੋਂ ਵੀਰਾਂ ਦੇ ਫੋਨ ਆਏ ਕਹਿੰਦੇ ਸਾਡਾ ਪੰਜਾਬ 'ਚ ਹੈ ਨਹੀਂ ਕੋਈ ਵੀ ਹੁਣ ਪਰਿਵਾਰ ਦਾ ਮੈਂਬਰ ਸਾਡਾ ਕੋਈ ਵੀ ਨਹੀਂ, ਸਾਰੀ ਫੈਮਿਲੀ ਬਾਹਰ ਆ। ਪਰ ਫਿਰ ਵੀ ਦਰਦ ਹੋ ਰਿਹਾ ਜਦੋਂ ਅਸੀਂ ਬਜ਼ੁਰਗਾਂ ਨੂੰ ਸੜਕਾਂ ਤੇ ਬੈਠਿਆਂ ਪ੍ਰਸ਼ਾਦੇ ਛਕਦੇ ਵੇਖ ਰਹੇ ਹਾਂ, ਠੰਡ ਦੇ ਵਿੱਚ ਕੰਬਲਾਂ ਦੇ ਵਿੱਚ ਅਸੀਂ ਰੋਡ ਤੇ ਲੰਮੇ ਪਿਆ ਵੇਖਿਆ, ਸਾਨੂੰ ਇੰਝ ਲੱਗਦਾ ਅਸੀਂ ਆਪ ਖੁਦ ਪਏ ਹਾਂ। ਮਤਲਬ ਉਹ ਮਹਿਸੂਸ ਕਰਦੇ ਆ ਮੇਰਾ ਇਸ ਚੀਜ਼ ਨਾਲ। ਇੱਕ ਇਹ ਵੀ ਉਹ ਲੱਗਾ ਵੀ ਜਿਵੇਂ ਪੰਜਾਬ 'ਚੋਂ ਸਾਰਾ ਕੁਝ ਬਾਹਰ ਚਲਾ ਗਿਆ, ਪਰ ਨਹੀਂ, ਉਹ ਬਾਹਰ ਜਾ ਕੇ ਵੀ ਸਾਡੇ ਵਿਦੇਸ਼ੀ ਭਰਾਵਾਂ ਦੇ ਦਿਲ, ਉਹਨਾਂ ਦਾ ਜਜ਼ਬਾ ਅਜੇ ਵੀ ਆਪਣੇ ਇਸ ਦੇਸ਼ ਪੰਜਾਬ ਨਾਲ ਜੁੜਿਆ ਹੋਇਆ। ਹਾਂਜੀ, ਅਗਲਾ ਸਵਾਲ ਹੈ, ਬਹੁਤ ਸਾਰੀਆਂ ਜਥੇਬੰਦੀਆਂ ਤੇ ਇਸ ਮੂਵਮੈਂਟ ਵਿੱਚ ਸੰਘਰਸ਼ ਜੁੜੀਆਂ ਹੋਈਆਂ ਨੇ। ਤੋ ਜਿੱਥੇ ਤੱਕ ਪ੍ਰਚਾਰਕਾਂ ਦੀ ਗੱਲ ਆ ਜਾਂਦੀ ਹੈ, ਪ੍ਰਚਾਰਕਾਂ ਵਿੱਚ ਅਸੀਂ ਤੁਹਾਨੂੰ ਲਾਈਵ ਦੇਖਦੇ ਹਾਂ ਪ੍ਰੋਫੈਸਰ ਸੁਖਵਿੰਦਰ ਸਿੰਘ ਦਦੇਰ ਨੇ, ਕਾਲਜ ਦੇ ਗੁਰਮੁਖ ਗਿਆਨੀ ਮਿਸ਼ਨ ਕਾਲਜ ਦੇ ਚੇਅਰਮੈਨ ਇੰਦਰਜੀਤ ਸਿੰਘ ਰਾਣਾ ਜੀ ਨੇ ਚਾਹ ਦੇ ਲੰਗਰ ਤੁਸੀਂ ਸੰਗਤਾਂ ਵਾਸਤੇ ਲਾਏ ਸਨ, ਹੋਰ ਜਥੇਬੰਦੀਆਂ ਨੇ। ਪਰ ਉਂਗਲਾਂ ਤੇ ਗਿਣਨ ਵਾਲੇ ਨੇ ਜਿਹੜੇ ਪ੍ਰਚਾਰ ਕਰਦੇ ਨੇ, ਸਟੇਜਾਂ 'ਤੇ ਜਾਂਦੇ ਨੇ, ਪਰ ਉਹ ਅੱਜ ਸਾਹਮਣੇ ਨਹੀਂ ਆਉਂਦੇ। ਕੀ ਵਜ੍ਹਾ? ਵੇਖੋ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਨੇ ਕੀਤਾ ਤੇ ਉਹਨੇ ਨਹੀਂ ਕੀਤਾ। ਜਿਹਨੇ ਕੀਤਾ ਉਹਦਾ ਧੰਨਵਾਦ, ਜਿਹਨੇ ਨਹੀਂ ਕੀਤਾ ਉਹਨੂੰ ਕਹਿੰਦੇ ਵੀਰੇ ਅਜੇ ਵੀ ਸ਼ਾਮਲ ਹੋ ਜਾ। ਠੀਕ ਹੈ, ਇਹ ਨਹੀਂ ਵੀ ਅਸੀਂ ਕਿਹਨੂੰ ਨੀਵਾਂ ਵਿਖਾਉਣਾ ਵੀ ਆਹ ਸ਼ਾਮਲ ਹੋ ਗਿਆ ਉਹ ਕਿਉਂ ਨਹੀਂ ਹੋਇਆ। ਨਹੀਂ, ਅਸੀਂ ਕਹਿੰਦੇ ਜੇ ਦੇਰ ਆਏ ਦਰੁਸਤ ਆਏ, ਜਦੋਂ ਜਾਗੀ ਉਦੋਂ ਸਵੇਰਾ।
ਠੀਕ ਹੈ। ਮੰਨ ਲਓ ਇੱਕ ਕੋ ਬੰਦਾ 4 ਦਿਨ ਪਹਿਲਾਂ ਆ ਗਿਆ, ਇੱਕ 2 ਦਿਨ ਕੋ ਮਗਰੋਂ ਆ ਰਿਹਾ। ਮੈਂ ਕਹਿੰਦਾ ਜਿਹੜਾ ਵੀ ਕੋ ਆਉਂਦਾ ਧੰਨਵਾਦ ਕਰਨਾ ਚਾਹੀਦਾ। ਕਮ ਸੇ ਕਮ ਦੁਸ਼ਮਣ ਨੂੰ ਇਹ ਪਤਾ ਲੱਗੇ ਇਹਨਾਂ ਦੇ ਹਜ਼ਾਰਾਂ ਮੱਤ ਭੇਦਾ, ਪਰ ਇਹ ਦੁਸ਼ਮਣ ਨੂੰ ਢਾਉਣ ਲਈ ਇਕੱਠੇ ਹੋ ਸਕਦੇ ਆ। ਇਹ ਮੈਸੇਜ ਤੇ ਜਾਊਗਾ ਨਾ ਵੀ ਹਜ਼ਾਰਾਂ ਮੱਤ ਭੇਦ ਇਹਨਾਂ ਦੇ ਸਾਡੇ ਕਿਸੇ ਨਾਲ ਨਹੀਂ ਬਣਦੇ। ਹਜ਼ਾਰਾਂ ਮੱਤ ਭੇਦ ਅਸੀਂ ਕਹਿੰਦੇ ਕੜਾਹ ਪ੍ਰਸ਼ਾਈ ਦੇਗ ਪ੍ਰਵਾਨ, ਕੋਈ ਕਹਿੰਦਾ ਭੋਗ ਲੱਗੇ। ਹਜ਼ਾਰਾਂ ਮੱਤ ਭੇਦ ਸਾਡੇ, ਠੀਕ ਹੈ। ਕੋਈ ਗੁਰੂ ਇਸ ਨੂੰ ਮੂਰਤੀ ਤਰ੍ਹਾਂ ਪੂਜਾ ਕਰਦਾ ਸੀ, ਕਹਿੰਦੇ ਨਹੀਂ ਇਹਨੂੰ ਪੜ੍ਹਨਾ ਵਿਚਾਰਨਾ। ਹਜ਼ਾਰਾਂ ਮੱਤ ਭੇਦ ਸਾਡੇ। ਉਹ ਕਹਿੰਦੇ ਸ਼ਸਤਰਾਂ ਨੂੰ ਤਿਲਕ ਲਾਉਣੇ ਆ, ਇਹ ਕਹਿੰਦੇ ਨਹੀਂ ਸ਼ਸਤਰ ਵਰਤੋਂ ਕਰਨ ਵਾਲੀ ਚੀਜ਼ ਵਾ। ਮੱਤ ਭੇਦ ਆ। ਅਸੀਂ ਕਵਾਂਗੇ ਕੁੰਭ ਨਾਰੀਅਲ ਤੋਂ ਬਿਨਾਂ ਪਾਠ ਹੁੰਦਾ, ਪਾਣੀ ਸਮਝਣ ਦਾ ਵਿਸ਼ਾ। ਉਹ ਕਹਿੰਦੇ ਨਹੀਂ ਕੁੰਭ ਨਾਰੀਅਲ ਨਾਲ ਹੋਣਾ। ਇਹ ਮੱਤ ਭੇਦ ਆ ਨਾ, ਸੰਪਰਦਾਇ ਲੋਕਾਂ ਦੇ ਮੱਤ ਭੇਦ ਆ। ਪਰ ਜੇ ਕੋ ਆਣ ਕੇ ਬਹਿੰਦਾ ਕਹੋ ਠੀਕ ਹੈ, ਇਸ ਮੁੱਦੇ ਤੇ ਇਕੱਠਾ ਨਾ, ਕਿਉਂਕਿ ਇਹ ਰੋਟੀ ਦਾ ਮਸਲਾ, ਇਹ ਅਨਾਜ ਦਾ ਮਸਲਾ, ਠੀਕ ਹੈ। ਇੱਦਾਂ ਇੱਕ ਪ੍ਰਚਾਰਕਾਂ ਦੀ ਜੇ ਗੱਲ ਕਰਦੇ, ਜੇ ਮੰਨ ਲਓ ਗੁਰਮਤਿ ਮਸ਼ੀ ਕਾਲ ਦੀ ਸਮੁੱਚੀ ਟੀਮ, ਸਾਡੇ ਟਰਸਟੀਆਂ ਤੋਂ ਲੈ ਕੇ ਸਾਡਾ ਪ੍ਰਿੰਸੀਪਲ, ਸਾਡੇ ਸਾਰੇ ਵੀਰ, ਭਾਈ ਸੁਖਿੰਦਰ ਸਿੰਘ ਦਾ ਦਿਨ ਰਾਤ ਲੱਗੇ ਆ ਵੀ ਭਾਈ ਦਵਾਈਆਂ ਦੇ ਰਹੇ ਆ, ਜਿੱਥੇ ਵੀ ਕੋਈ ਪੈ ਰਿਹਾ ਨਾਲ ਲੱਗੇ। ਇਹ ਕੋਈ ਵਿਖਾਵਾ ਨਹੀਂ ਆ ਭਾਈ, ਸਾਡਾ ਆਪਣਾ ਕੰਮ ਆ। ਜੇ ਤੁਹਾਨੂੰ ਇਹ ਵੀ ਪੁੱਛੇ ਨਾ ਕਿ ਮੈਨੂੰ, ਅਸੀਂ ਜਦੋਂ ਨਾਲ ਤੁਰੇ ਤਾਂ ਸਾਨੂੰ ਰਸਤੇ 'ਚ ਪੁੱਛੀ ਜਾਣ ਵੀ ਭਾਈ ਸਾਹਿਬ ਜੀ ਤੁਸੀਂ ਵੀ ਆਏ ਆ, ਮੈਂ ਕਿਹਾ ਵੀ ਮੈਂ ਤੁਹਾਡੇ ਲਈ ਨਹੀਂ ਆਇਆ, ਮੈਂ ਆਪਣੇ ਲਈ ਆਇਆ। ਪੁੱਛੋ ਕਿਉਂ? ਕਿਉਂਕਿ ਮੈਂ ਪ੍ਰਚਾਰਕ ਬਾਅਦ 'ਚ ਪਹਿਲਾਂ ਕਿਸਾਨ ਆ, ਸਾਡੀ ਆਪਣੀ ਜ਼ਮੀਨ ਆ, ਅਸੀਂ ਖੇਤੀਬਾੜੀ ਕਰਦੇ ਹਾਂ, ਅਸੀਂ ਖੁਦ, ਅਸੀਂ ਆਪ, ਮੈਂ ਆਪਣੇ ਆਪ ਲਈ ਆਇਆ ਤੇ ਅਸੀਂ ਸਾਰੇ ਆਪਣੇ ਆਪ ਲਈ ਆਏ ਹਾਂ। ਸਾਡੀਆਂ ਮਾਵਾਂ ਵਾ, ਸਾਡੇ ਬੱਚੇ ਆ, ਅਸੀਂ ਰਲ ਮਿਲ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣਾ ਵਾ, ਯੋਗਦਾਨ ਪਾਉਣਾ। ਤੇ ਮੇਰੀ ਇਹੋ ਬੇਨਤੀ ਵੀ ਨੀਵਾਂ ਨਾ ਵਿਖਾਓ ਕਿਸੇ ਨੂੰ। ਜੇ ਇੱਕ ਆ ਗਿਆ ਦੂਜੇ ਨੂੰ ਪੋਸਟਾਂ ਪਾ ਕੇ, ਮੈਂ ਕਹਿੰਦਾ ਸੋਸ਼ਲ ਮੀਡੀਆ ਹੀ ਹੈ ਨਾ, ਇਹ 'ਚ ਮੈਂ ਨਹੀਂ ਇਦਾਂ ਸਮਝਦਾ ਵੀ ਇੱਕ ਧਿਰ ਨੂੰ ਤੁਸੀਂ ਕਹੋ ਵੇਖੋ ਇਹ ਆ ਗਿਆ, ਉਹ ਕਿਉਂ ਨਹੀਂ ਆਇਆ। ਜੇ ਹੋ ਸਕਦਾ ਉਹਨੇ, ਉਹਦਾ ਦਿਲ ਵੀ ਕਰਦਾ ਹੋਵੇ ਆਉਣ ਨੂੰ, ਉਹ ਪਹਿਲਾਂ ਹੀ ਉਹਨੂੰ ਬੋਲ ਕੇ ਉਹਨੂੰ ਤੁਸੀਂ ਮਨੋਬਲ ਦੇ ਦਿਓ ਵੀ ਛੱਡੋ ਪਰਾਂ, ਜਾ ਕੇ ਕੀ ਕਰਨਾ। ਤੁਹਾਨੂੰ ਧੰਨਵਾਦ ਕਰਨਾ ਚਾਹੀਦਾ। ਜਿਹੜਾ ਕੋਈ ਆ ਗਿਆ ਉਹ ਵੀ ਠੀਕ ਹੈ, ਜਿਹੜਾ ਨਹੀਂ ਆਇਆ ਉਹਨੂੰ ਕਹੋ ਭਰਾ ਅਜੇ ਵੀ ਆ ਜਾ, ਤੁਰ ਪਈਏ। ਇਹ ਮੁੱਦਾ ਆਪਣਾ ਸਾਡਾ ਸਾਂਝਾ, ਕਿਉਂਕਿ ਰੋਟੀ ਹਰ ਇੱਕ ਨੇ ਖਾਣੀ, ਦੁੱਧ ਹਰ ਇੱਕ ਦੇ ਘਰ ਚਾਹੀਦਾ, ਸਬਜ਼ੀਆਂ ਹਰ ਇੱਕ ਦੇ ਘਰ ਚਾਹੀਦੀਆਂ। ਇਹ ਚੀਜ਼ਾਂ ਇਸ ਤੋਂ ਬਿਨਾਂ ਸਰਨਾ ਨਹੀਂ। ਤੁਸੀਂ ਘੜੀ ਨਹੀਂ ਬੱਧੀ ਸਰਜੂ, ਮੈਂ ਨਹੀਂ ਬੱਧੀ ਸਰਜੂ, ਠੀਕ ਹੈ ਨਾ। ਕੱਪੜਾ ਕਿਸੇ ਨੇ 500 ਰੁਪਏ ਮੀਟਰ ਪਾਇਆ, ਕੋਈ 50 ਰੁਪਏ ਮੀਟਰ ਪਾ ਲੂ, ਮੈਂ ਕਹਿੰਦਾ ਮੇਰਾ ਮੈਂ 10 ਰੁਪਏ ਮੀਟਰ ਪਾ ਲੂ, ਸਰਜੂ, ਠੀਕ ਹੈ ਨਾ। ਇਹ ਸਾਡਾ ਫਰਕ ਹੋ। ਪਰ ਰੋਟੀ ਕਣਕ ਦੀ, ਕਿੰਨਾ ਮਰਜ਼ੀ ਬੰਦਾ ਅਮੀਰ ਹੋ ਜਾਏ, ਰੋਟੀ ਸੋਨੇ ਦੀ ਦਿਖਾਣੀ ਨਹੀਂ, ਡਾਇਮੰਡ ਦੀ ਰੋਟੀ ਦਿਖਾਣੀ ਨਹੀਂ। ਜਿਹੜੀ ਰੋਟੀ ਉਹ ਤੇ ਕਣਕ ਦੀ ਖਾਣੀ ਆ ਨਾ। ਆਉਣੀ ਤੇ ਕਣਕ ਉਹ ਬਿਸਕੁਟ ਦੇ ਰੂਪ ਚ ਆਜੂ, ਬ੍ਰੈਡ ਦੇ ਰੂਪ ਚ ਆਜੂ। ਉਹਨੂੰ ਬਰਾਊਨ ਬ੍ਰੈਡ ਕਰਾ ਦੋਗੇ ਤੁਸੀਂ, ਉਹ ਬਿਸਕੁਟ ਕਹੋਗੇ ਮਹਿੰਗਾ ਥੋੜਾ ਜਿਹਾ, ਬਣਿਆ ਤੇ ਮੋਢੇ ਤੇ ਉੱਥੋਂ ਹੀ ਆ ਨਾ। ਦੁੱਧ ਆ, ਦੁੱਧ ਕਿਸਾਨ ਪੈਦਾ ਕਰਦਾ, ਮੱਝ ਗਾਂ ਦਾ, ਉਹ ਚੋਂ ਕਿੰਨੇ ਰੂਪ ਆਉਂਦੇ ਆ, ਪਨੀਰ, ਖੋਆ, ਠੀਕ ਹੈ। ਹੁਣ ਇਸ ਕਰਕੇ ਜਿਹੜਾ ਕੋਈ ਤੁਰਦਾ ਨਾ, ਸਾਨੂੰ ਧੰਨਵਾਦ ਕਰਨਾ ਵੀ ਤਗੜੇ ਹੋ ਵੀਰੇ, ਹੰਬੜਾ ਮਾਰੋ। ਅਗਲੇ ਨੂੰ ਲੱਗੇ ਵੀ ਧੱਕਾ ਹੋਇਆ ਤੇ ਇਸ ਮੁੱਦੇ ਤੇ ਕਿਸਾਨ ਦੇ ਨਾਲ ਹਰ ਵਰਗ ਖਲੋਤਾ, ਤੇ ਖਲੋਤਾ ਵੀ ਆ, ਸੱਚ, ਹਰ ਵਰਗ ਖਲੋਤਾ। ਬਾਹਰਲੇ ਸਾਡੇ ਵੀਰਾਂ ਨੇ, ਆ ਕੰਗਣਾ ਰਣੌਤ ਨੇ ਬੋਲਿਆ ਨਾ, ਸਾਡੇ ਵਿਦੇਸ਼ਾਂ 'ਚ ਬੈਠੇ ਜਿਹੜੇ ਵੀਰ ਆ, ਜਿਨ੍ਹਾਂ ਦੀ ਇੰਗਲਿਸ਼ ਬਹੁਤ ਹਾਈ, ਜਿਨ੍ਹਾਂ ਨੂੰ ਮੁੱਦਿਆਂ ਬਾਰੇ ਪਤਾ, ਉਹਨਾਂ ਉੱਥੋਂ ਬੈਠਿਆ ਗਿਆ। ਕੱਲ੍ਹ ਇੱਕ ਵੀਰ ਦੀ ਇੰਟਰਵਿਊ ਸੁਣ ਰਿਹਾ ਸੀ, ਉਹ ਕੰਗਣਾ ਰਣੌਤ ਤੋਂ ਸੰਬੋਧਨ ਕਰਕੇ ਕਹਿੰਦਾ ਬੀਬੀ ਤੂੰ ਸਾਡੀਆਂ ਮਾਵਾਂ ਨੂੰ 100 ਰੁਪਏ ਤੇ ਵਿਕਦੀਆਂ ਕਿਹਾ ਨਾ, ਲੈ ਤੈਨੂੰ ਖਰੀਦ ਲੈਣਾ, ਮੈਂ ਬਾਹਰੋਂ 2 ਮਿਲੀਅਨ ਡਾਲਰ ਭੇਜਦਾ, ਤੇ ਮੈਂ ਕਿਸੇ ਪ੍ਰੋਡਿਊਸਰ ਨੂੰ ਕਹਿੰਦਾ ਵੀ ਆਹ ਬੀਬੀ ਦੀ ਕੋਈ ਫਿਲਮ ਕਰਾਉਣੀ ਹੈ, ਖਰੀਦੀ ਨਾ ਤੂੰ ਖਰੀਦੀ ਜਾ ਸਕਦੀ ਆ, ਸਾਡੀਆਂ ਮਾਵਾਂ ਨਹੀਂ ਖਰੀਦੀਆਂ। ਇਹ ਤੇ ਸਭ ਤੋਂ ਮੇਨ ਤੇ ਬੱਚਿਆਂ ਦੀ ਬੱਚੇ ਹੁੰਦੇ ਆ, ਇਹ ਤੇ ਉਦੋਂ ਨਾ ਖਰੀਦੀਆਂ ਗਈਆਂ ਜਦੋਂ ਟੁਕੜੇ ਕਰਵਾ ਗਲਾਂ 'ਚ ਹਾਰ ਪਵਾ ਲਿਆ। ਕੰਗਣਾ ਰਣੌਤ ਤੂੰ ਖਰੀਦੀ ਜਾ ਸਕਦੀ ਆ। ਇਹ ਤੈਨੂੰ ਮੈਂ ਸੰਬੋਧਨ ਕਰਕੇ ਕਹਿਣਾ ਵਾ ਸਿੰਘਨਾਦ ਰੇਡੀਓ ਰਾਹੀਂ, ਕਿ ਤੁਹਾਡੀਆਂ ਨਸਲਾਂ ਖਰੀਦੀਆਂ ਜਾ ਸਕਦੀਆਂ। ਇਹ ਉਹ ਮਾਵਾਂ ਵਾ ਜਿਨ੍ਹਾਂ ਮਾਵਾਂ ਦੀਆਂ ਰਗਾਂ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ, ਇਹ ਨਹੀਂ ਵਿਕੀਆਂ, ਉਦੋਂ ਨਹੀਂ ਵਿਕੀਆਂ। ਪੈਸਾ ਛੱਡ, ਬੱਚਾ ਇਹਦੇ ਹੱਥ 'ਚ ਫੜ ਕੇ ਜਲਾਦ ਕਹਿੰਦਾ ਸੀ ਸਿੱਖੀ ਛੱਡ ਦੋ, ਬੱਚੇ ਦੇ ਟੁਕੜੇ ਕਰ ਦੋ, ਤੁਸੀਂ ਕਰਦੇ ਕੋਈ ਗੱਲ ਨਹੀਂ। ਨਿੱਕੇ ਨਿੱਕੇ ਬੱਚਿਆਂ ਦੇ ਜਿਉਂਦਿਆਂ ਨੂੰ ਤਾਂ ਨੂੰ ਸੁੱਟ ਕੇ ਥੱਲੇ ਨਿੱਜੇ ਕਰਕੇ, ਤੜਫਦਾ ਬੱਚਾ ਮੁੱਢੀ ਤੇ ਰੱਖ ਕੇ ਪੈਰਾਂ ਵਾਲੇ ਬੰਨੇ ਟੁਕਣਾ ਸ਼ੁਰੂ ਕੀਤਾ, ਹਾਰ ਭਰੋਤੇ, ਪਰ ਮਾਵਾਂ ਡੋਲੀਆਂ ਨਹੀਂ। ਇਹ ਤਾਂ ਬੱਚਿਆਂ ਦੇ ਟੁਕੜੇ ਗਲਾਂ 'ਚ ਪਵਾ ਕੇ ਨਾ ਡੋਲੀਆਂ। ਤੂੰ 100 ਰੁਪਏ ਦੀ ਗੱਲ ਕਰਦੀ ਆ। ਤੇ ਉਸ ਵੀਰ ਨੇ ਐ ਠੋਕੇ, ਤੇ ਬਾਹਰਲਿਆਂ ਵੀਰਾਂ ਨੂੰ ਬੇਨਤੀ ਆ ਕਿ ਮੀਡੀਆ, ਜਿਹੜੀ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਕੇ, ਇਹੋ ਜਿਹੇ ਜਿਹੜੇ ਕਟਪੁਤਲੀਆਂ, ਜਿਹੜੀਆਂ RSS ਦੀਆਂ, ਜਿਹੜੀਆਂ BJP ਦੀਆਂ ਬਣ ਕੇ ਬੀਬੀਆਂ ਇਦਾਂ ਦਾ ਬਕੜਵਾ ਕਰਦੀਆਂ ਨਾ, ਇਹਨਾਂ ਨੂੰ ਨੱਥ ਪਾਓ, ਹਰ ਤਰੀਕੇ ਨਾਲ ਆਪਣਾ ਯੋਗਦਾਨ ਪਾਓ। ਕੋਈ ਲੰਗਰ ਵੰਡ ਕੇ ਪਾ ਰਿਹਾ, ਕੋਈ ਉੱਥੇ ਠੰਡਿਆਂ ਥਾਵਾਂ ਤੇ ਬਹਿ ਕੇ ਪਾ ਰਿਹਾ, ਤੇ ਤੁਸੀਂ ਇਦਾਂ ਯੋਗਦਾਨ ਪਾਓ ਵੀ ਸੋਸ਼ਲ ਮੀਡੀਆ ਨੂੰ ਇਸ ਕਿਸਾਨੀ ਮੁੱਦੇ ਵਾਸਤੇ ਆਪਾਂ ਉਹਨੇ ਦਿਨਾਂ ਵਾਸਤੇ ਵਰਤੀਏ, ਤਾਂ ਕਿ ਅਸੀਂ ਇਸ ਮੂਵਮੈਂਟ ਵਿੱਚੋਂ, ਇਸ ਜੰਗ ਵਿੱਚੋਂ ਉਹ ਸਾਰਥਕ ਸਿੱਟੇ ਕੱਢ ਸਕੀਏ। ਜੀ, ਅਖੀਰਲਾ ਸਵਾਲ ਹੈ, ਜੇ ਸਰਕਾਰਾਂ
ਮਿਲ ਬੈਠ ਕੇ ਦੋਵੇਂ ਧਿਰਾਂ ਕਿਸਾਨ ਤੇ ਜਿਹੜੀ ਸਰਕਾਰ ਹੈ ਹੱਲ ਨਿਕਲ ਜਾਂਦਾ, ਜੋ ਵੀ ਨਿਕਲਦਾ ਹੈ। ਜਿਹੜੀ ਇਹ ਕਿਸਾਨਾਂ ਨੂੰ ਜੋ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਹੈ ਹੋ ਜਾਂਦਾ। ਉਸ ਤੋਂ ਬਾਅਦ ਜਿਹੜੇ ਇਹ ਆਪਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੂਰੇ ਵਰਲਡ ਦੇ ਸਿੱਖਾਂ ਨੂੰ ਵੀ ਆਪਾਂ ਇਹ ਨਸ਼ਿਆਂ ਤੋਂ ਬਚਣ ਵਾਸਤੇ ਸਾਨੂੰ ਕਿਸ ਦੇ ਲੜ ਲੱਗਣਾ ਚਾਹੀਦਾ ਹੈ? ਔਰ ਉਹ ਜਿਹੜੇ ਮਤਲਬ ਕਿ ਧਾਰਮਿਕ ਸਮਾਗਮ ਜਾਂ ਪ੍ਰਚਾਰ ਲਹਿਰ ਵੱਲ ਇਹ ਜਿਹੜਾ ਸਾਡਾ ਮੋੜਾ ਜਿਹੜਾ, ਕਿਉਂਕਿ ਇਹ ਨਾ ਹੋਵੇ ਇਕੱਠ ਹੋਇਆ ਤਾਂ ਮੁੜ ਕੇ ਅਸੀਂ ਫਿਰ ਸਰਕਾਰ, ਕਿਉਂਕਿ ਸਰਕਾਰ ਅਗਲੀ ਵਿਉਂਤ ਬਣਾਏਗੀ ਵੀ ਇਹਨਾਂ ਨੂੰ ਕਿਸੇ ਤਰ੍ਹਾਂ ਨਸ਼ਿਆਂ 'ਚ ਹੋਰ ਮਾਰਿਆ ਜਾਵੇ, ਕਿਉਂਕਿ ਇਹ ਦੁਬਾਰਾ ਵਧੀਆ ਸਵਾਲ ਤੁਸੀਂ ਕੀਤਾ। ਮੈਂ ਇਸ ਮੁੱਦੇ ਤੇ ਗੱਲ ਕਰਨੀ ਵੀ ਸੀ। ਅੱਜ ਜਦੋਂ ਅਸੀਂ ਵੇਖਦੇ ਹਾਂ ਤੇ ਬਾਹਰੋਂ ਸਾਡੇ ਕਈਆਂ ਵੀਰਾਂ ਦੇ ਫੋਨ, ਕੱਲ੍ਹ ਇੱਕ ਵੀਰ ਦਾ ਮੈਨੂੰ ਫੋਨ ਆਇਆ, ਕਹਿੰਦਾ ਵੀਰ ਜੀ ਕਿੰਨਾ ਨੌਜਵਾਨ ਇਕੱਠਾ ਹੋਇਆ ਉੱਥੇ, ਆਪਾਂ ਕਿਉਂ ਨਾ ਹੋਈਏ ਇਹਨਾਂ ਨੂੰ ਧਾਰਮਿਕ ਕਿਤਾਬਾਂ ਇੱਥੇ ਵੰਡੀਏ, ਅਸੀਂ ਬਾਹਰੋਂ ਸੇਵਾ ਕਰਦੇ ਹਾਂ। ਦੇਖੋ ਮੈਂ ਉਹਦੀ ਗੱਲ ਸੁਣ ਕੇ ਨਾ ਮੈਂ ਕਿਹਾ ਵੇਖੋ ਸਾਡੇ 'ਚ ਕਿੰਨੀ ਜਾਗਰਤੀ ਆ ਰਹੀ ਆ, ਕਿੰਨੇ ਸਾਡੇ ਨੌਜਵਾਨ ਕਦੀ ਇਹ ਮੋੜਾ ਲੰਗਰਾਂ ਵਾਲੇ ਬੰਨੇ ਸੀ ਤੇ ਅੱਜ ਵੀਰ ਸਾਡੇ ਇਸ ਬੰਨੇ ਸੋਚ ਰਹੇ। ਮੈਂ ਕਿਹਾ ਵੀਰੇ ਕੋਈ ਨਹੀਂ ਆ, ਜਦੋਂ ਲੋੜ ਹੋਊ ਤੁਹਾਨੂੰ ਦੱਸ ਦੇਵਾਂਗੇ, ਪਰ ਇਹਦਾ ਮਤਲਬ ਅੰਦਰ ਚਿਣਕ ਹੈਗੀ ਆ ਨਾ ਵੀ ਸਾਡਾ ਨੌਜਵਾਨ ਇਦਾਂ ਸੋਚ ਰਿਹਾ ਵਾ। ਬਸ ਨੌਜਵਾਨ ਵੀਰਾਂ ਨੂੰ ਇਹ ਬੇਨਤੀ ਹੈ ਵੀ ਜੇ ਆਪਾਂ ਇੱਥੇ ਇਸ ਮੁੱਦੇ ਤੇ ਇਕੱਠੇ ਹੋ ਕੇ ਆਪਾਂ ਵਿਰੋਧੀ ਧਿਰ ਨੂੰ ਦੱਸਤਾ ਵੀ ਸਾਡੇ 'ਚ ਉਹ ਜੋਸ਼ ਆ, ਉਹ ਹੋਸ਼ ਵਾ, ਠੀਕ ਹੈ, ਕਿਸੇ ਨੇ ਕਲੀਨ ਸ਼ੇਪ ਆ, ਕਿਸੇ ਨੇ ਵਾਲ ਕੱਟ ਰਹੇ ਆ, ਪਰ ਅੰਦਰ ਉਹ ਜਜ਼ਬਾ ਵਾ, ਉਹ ਪਿਆਰ ਆ ਸਾਡੇ 'ਚ, ਤੇ ਇਹ ਚੀਜ਼ਾਂ ਵਿਖਾਤੀਆਂ ਸਾਡੇ ਨੌਜਵਾਨ ਵੀਰਾਂ ਨੇ। ਤੇ ਇਸ ਅੰਦੋਲਨ 'ਚੋਂ ਅਸੀਂ ਸਾਰਥਕ ਸਿੱਟੇ ਕੱਢੀਏ ਤੇ ਅਸੀਂ ਜਿਹੜੇ ਲੋਕਾਂ ਨੇ ਨਸ਼ਿਆਂ ਦੇ ਵਪਾਰ ਸਾਡੇ ਸਿਰ ਤੋਂ ਚਲਾਏ ਆ, ਯਾਨੀ ਕਿ ਅਸੀਂ ਤੁਰਦੇ ਫਿਰਦੇ ਕਸਟਮਰ ਸੀ ਉਹਨਾਂ ਦੇ, ਅਜੇ ਵੀ ਜਿਹੜਾ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸਿਆ ਉਹ ਬਾਹਰ ਨਿਕਲ ਕੇ ਅਸੀਂ ਦੱਸ ਦਈਏ ਭਾਈ ਕਿ ਅਸੀਂ ਕੌਣ ਹੁੰਦੇ ਹਾਂ, ਅਸੀਂ ਕਿੱਦਾਂ ਵਾਂ। ਸਤਿਗੁਰ ਦੀ ਬਾਣੀ ਪੜ੍ਹੋ, ਸਮਝੋ, ਵਿਚਾਰੋ, ਤੇ ਜਿਹੜਾ ਸੰਘਰਸ਼ ਕਰਨਾ ਸਾਨੂੰ ਸਤਿਗੁਰ ਨੇ ਸਿਖਾਇਆ ਉਹਦੇ ਅਸੀਂ ਪਾਂਧੀ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਵਿਤਕਿਆ। ਵੇਖੋ ਜਿਹੜਾ ਪਿਆਰ ਲੋਕਾਂ ਦੇ ਹਿਰਦਿਆਂ 'ਚ ਟੁੱਟ ਚੁੱਕਾ ਸੀ, ਜਿਹੜਾ ਅਕਸਰ ਕਿਹਾ ਜਾਂਦਾ ਵੀ ਗੁਰਦੁਆਰੇ ਕਦੀ ਕੱਚੇ ਸੀ, ਸਿੱਖ ਪੱਕੇ ਸੀ, ਹੁਣ ਗੁਰਦੁਆਰੇ ਪੱਕੇ ਬਣ ਗਏ, ਸਿੱਖ ਕੱਚੇ ਹੋ ਗਏ। ਇਹ ਗੱਲ ਘਰਾਂ ਤੇ ਵੀ ਢੁਕਦੀ ਆ। ਕਦੀ ਘਰ ਕੱਚੇ ਸੀ, 5-5 6-6 ਭਰਾ ਇੱਕੇ ਮਕਾਨ ਦੀ ਛੱਤ ਥੱਲੇ ਰਹਿੰਦੇ ਸੀ, ਕੋਠੀਆਂ ਪੈ ਗਈਆਂ ਬਹੁਤ ਵੱਡੀਆਂ ਵੱਡੀਆਂ, ਪਿਓ ਥੱਲੇ ਰਹਿ ਰਿਹਾ, ਪੁੱਤ ਉੱਤੇ ਰਹਿ ਰਿਹਾ, ਭਰਾ ਨਾਲ ਬੋਲਣ ਨੂੰ ਤਿਆਰ ਨਹੀਂ, ਵੀ ਘਰ ਪੱਕੇ ਬਣ ਗਏ, ਪਿਆਰ ਕੱਚੇ ਹੋ ਗਏ। ਪਰ ਇਸ ਮੂਵਮੈਂਟ ਨੇ ਨਾ ਪਿਆਰ ਫੇਰ ਜਗਾਤਾ। ਪਿੰਡਾਂ 'ਚ ਅਨਾਉਂਸਮੈਂਟਾਂ ਹੋਈਆਂ ਕਿ ਭਰਾਵਾ ਆਪਣਾ ਭਰਾ ਉੱਥੇ ਦਿੱਲੀ ਗਿਆ, ਆਪਾਂ ਉਹਦੇ ਕਣਕ ਨੂੰ ਪਾਣੀ ਆਪਾਂ ਲਾਉਣਾ, ਉਹਦੀ ਖਾਦ ਆਪਾਂ ਪਾ ਕੇ ਆਉਣੀ ਆ। ਪਿਆਰ ਪੈਦਾ ਹੋਇਆ, ਜਜ਼ਬੇ, ਕਿਉਂਕਿ ਇੱਕ ਜਿਹੜੇ ਕੰਮ ਆਉਣ ਲੱਗੇ ਅਸੀਂ, ਕਿਉਂਕਿ ਉਹ ਸੋਚਦੇ ਆ ਵੀ ਆਪਾਂ ਇਕੱਠੇ ਆ। ਉਹ ਕਈ ਵਾਰੀ ਨਾ ਦੁਸ਼ਮਣ ਤੁਹਾਨੂੰ ਲਲਕਾਰਾ ਮਾਰ ਕੇ ਨਾ ਤੁਹਾਨੂੰ ਆਪਣੀ ਤਾਕਤ ਵਰਤਣ ਦੀ ਜਾਚ ਸਿਖਾਉਂਦਾ ਵੀ ਤੁਹਾਡੀ ਕਿੰਨੀ ਕੀ ਤਾਕਤ ਹੈ। ਜਦੋਂ ਤੱਕ ਤੁਹਾਨੂੰ ਕੋਈ ਟੱਕਰਦਾ ਹੀ ਨਹੀਂ, ਤੁਹਾਨੂੰ ਆਪਣੀ ਤਾਕਤ ਦਾ ਪਤਾ ਲੱਗੂਗਾ। ਇਹ ਤਾਕਤ ਦਾ ਪਤਾ ਲੱਗਾ ਵਾ। ਤੇ ਕਈ ਇਹ ਮੈਂ ਇੱਕ ਦੱਸਣਾ ਚਾਹੁੰਦਾ, ਕਈ ਆਪਣੇ ਟੀਵੀ ਚੈਨਲਾਂ ਤੇ ਬਹਿ ਕੇ ਫੁਕਰੇ ਕਿਸਮ ਦੇ ਲੋਕ ਉਹ ਇਸ ਮੂਵਮੈਂਟ ਨੂੰ ਨਾ ਫੁਕਰੇ ਇਦਾਂ ਦੇ ਸ਼ਬਦ ਬੋਲ, ਅਸਲ 'ਚ ਖੁਦ ਭਾਟੜੇ ਆ, ਖੁਦ ਆਪ ਫੁਕਰੇ, ਆਪ ਫੁਕਰੀਆਂ ਮਾਰ ਛੱਡੀਆਂ ਸਾਰੀ ਜ਼ਿੰਦਗੀ, ਉਹਨੂੰ ਸਾਰੇ ਫੁਕਰੇ ਦਿਸਦੇ ਆ। ਆਪ ਖੁਦ ਭਾਟੜੇ, ਦੂਜਿਆਂ ਨੂੰ ਭਾਟੜੇ ਦੱਸਦੇ ਆ। ਅਸਲ 'ਚ ਜਿੱਦਾਂ ਕੰਗਨਾ ਰਣੌਤ ਨਹੀਂ ਆਪ ਵਿਕਦੀ ਆ, ਹੁਣ ਸਾਰੇ ਵਿਕਦੇ ਦਿਸਦੇ ਆ। ਇਦਾਂ ਦੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੇ ਇਦਾਂ ਦੇ ਲੋਕ ਵੀ ਹੈਗੇ ਆ, ਜਿਹੜੇ ਇਦਾਂ ਦੀ ਭਾਸ਼ਾ ਵਰਤ ਰਹੇ ਆ। ਆਪ ਉਦਾਂ ਦੇ ਆ, ਆਪ ਕਰਨਾ ਕੁਝ ਨਹੀਂ, ਦੂਜਿਆਂ ਨੂੰ ਬਹਿ ਕੇ ਤਾਂ ਸਲਾਹਾਂ ਦੇਈ ਜਾਣੀ। ਕੌਣ ਮੈਂ ਖਾਮ ਖਾ ਕਹੀ ਦਿੰਦਾ, ਤੂੰ ਕੌਣ ਆ ਭਾਈ, ਮੈਂ ਖਾਮ ਖਾ ਤੇਰੇ ਕੋਲ ਸਲਾਹ ਪੁੱਛੀ ਕਿਸੇ ਨੇ? ਤੂੰ ਕੌਣ ਆ, ਤੂੰ ਮੰਨ ਕੇ ਸਾਨੂੰ ਸਲਾਹਾਂ ਦੇ ਰਿਹਾ? ਜੇ ਬੈਠੇ ਆਪਣੇ ਪਰਿਵਾਰਾਂ ਦੇ ਮੈਂਬਰ ਬੈਠੇ ਆ, ਉਹ ਆਪਣੇ ਬੈਠੇ ਆ, ਤੁਸੀਂ ਕੌਣ ਲੋਕ ਜਿਹੜੇ ਸਲਾਹਾਂ ਦੇ ਰਹੇ? ਜੇ ਆਪਣਾ ਕੰਮ ਕਰ ਜਾ ਕੇ ਭਾਈ, ਤੇਰੇ ਕੋਲ ਸਲਾਹ ਪੁੱਛੀ ਆ? ਮੈਂ ਇਦਾਂ ਕਰ ਦਾਂਗੇ ਜਿਵੇਂ ਫੁਕਰੇ ਆ ਜੀ, ਇਹ ਭਾਟੜੇ ਆ। ਆਪ ਅਸਲ 'ਚ ਭਾਟੜੇ, ਆਪ ਫੁਕਰੇ ਤੇ ਦੂਜਿਆਂ ਨੂੰ ਫੁਕਰੇ ਦੱਸ ਰਹੇ। ਤੇ ਗੁਰੂ ਬਖਸ਼ਿਸ਼ ਕਰੇ, ਜਾਗਣ ਦੀ ਲੋੜ ਆ, ਸਚੇਤ ਹੋਣ ਦੀ ਲੋੜ ਆ ਸਾਨੂੰ ਇਹੋ ਜਿਹੇ ਲੋਕਾਂ ਦੀ ਪ੍ਰਵਾਹ। ਅਸੀਂ ਤੇ ਇਹਨਾਂ ਨੂੰ ਉਸੇ ਕੈਟਾਗਰੀ 'ਚ ਗਿਣਦੇ ਆ ਜਿਹੜੀ ਕੈਟਾਗਰੀ 'ਚ ਮੁਕੇਸ਼ ਖੰਨੇ ਵਰਗੇ ਨੇ ਬਿਆਨ ਦਿੱਤਾ, ਜਿਸੇ ਕੈਟਾਗਰੀ 'ਚ ਕੰਗਨਾ ਰਣੌਤ ਨੇ ਬਿਆਨ ਦਿੱਤਾ। ਇਹ ਵੀ ਉਹ ਨਸਲ ਵਾ, ਰੂਪ ਬਾਹਰਲਾ ਹੋ ਸਕਦਾ ਵੀ ਇਹਨਾਂ ਦੇ ਰੂਪ ਉਹ ਆ, ਪਰ ਨਸਲਾਂ ਉਹੀ ਆ। ਇਹ ਕਿਤੇ ਨਾ ਕਿਤੇ ਵਿਰੋਧੀ ਧਿਰ ਦੇ ਹੱਕ ਵਿੱਚ ਭੁਗਤ ਰਹੇ ਆ ਤੇ ਆਪਣੀਆਂ ਮਾਵਾਂ ਤੇ ਆਪਣੇ ਭਰਾਵਾਂ ਬਾਰੇ ਭੱਦੀ ਤੋਂ ਭੱਦੀ ਸ਼ਬਦਾਵਲੀ ਵਰਤ ਰਹੇ ਆ। ਤੇ ਗੁਰੂ ਬਖਸ਼ਿਸ਼ ਕਰੇ, ਪ੍ਰਵਾਹ ਨਹੀਂ ਇਹੋ ਜਿਹਿਆਂ ਦੀ, ਜਾਗਣਾ ਵਾ, ਸੁਚੇਤ ਹੋ ਕੇ ਅਸੀਂ ਅੱਗੇ ਵੱਧਦੇ ਜਾਣਾ ਵਾ। ਤੇ ਧੰਨਵਾਦ ਵੀਰੇ, ਤੁਸੀਂ ਆਪਾਂ ਰਲ ਮਿਲ ਕੇ ਵਿਚਾਰ ਕੀਤੀ ਆ, ਇਦਾਂ ਕਰਦੇ ਰਹੀਏ ਤੇ ਲੋਕਾਂ ਵਿੱਚ ਜਿਹੜੀ ਇਹ ਲਹਿਰ ਆ ਤੁਸੀਂ ਵੀ ਆਪਣੇ ਇਸ ਚੈਨਲ ਰਾਹੀਂ ਪਹੁੰਚਾਓ, ਤਾਂ ਕਿ ਇਕੱਲੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਜੀ ਇਸ ਅੰਦੋਲਨ ਦਾ ਹਿੱਸਾ ਬਣੇ। ਸੋ ਇਹ ਸਾਨੂੰ ਪ੍ਰੋਫੈਸਰ ਭਾਈ ਸਰਬਜੀਤ ਸਿੰਘ ਜੀ ਧੁੰਦਾ, ਗੁਰਮਤਿ ਗਿਆਨੀ ਸ਼੍ਰੀ ਕਾਲਜ ਤੋਂ, ਜਿਨ੍ਹਾਂ ਦੇ ਅਸੀਂ ਵਿਚਾਰ ਅਕਸਰ ਸੁਣਦੇ ਰਹਿੰਦੇ ਹਾਂ। ਬਹੁਤ ਵਧੀਆ ਢੰਗ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਕਿਸਾਨੀ ਸੰਘਰਸ਼ ਦੇ ਸੰਬੰਧ ਵਿੱਚ। ਜੋ ਸਿੰਘ ਨਾਥ ਟੀਵੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਕੈਮਰਾਮੈਨ ਹਰਜੋਤ ਸਿੰਘ, ਰਿਪੋਰਟਰ ਪੁਸ਼ਪਿੰਦਰ ਸਿੰਘ, ਜੰਮੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ